ਦ ਵੇ ਫਾਰਵਰਡ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਇਸ ਵੇਲੇ ਇਲੈਕਸ਼ਨ ਦਾ ਸੀਜ਼ਨ ਚੱਲਦਾ ਪਿਆ ਹੈ ਔਰ ਅਸੀਂ ਇਸ ਇਲੈਕਸ਼ਨ ਪ੍ਰੋਸੈਸ ਨੂੰ ਸਮਝਣ ਵਾਸਤੇ ਔਰ ਇੱਕ ਇਨਫੋਰਮਡ ਚੋਇਸ ਕਰਨ ਵਾਸਤੇ ਇਸ ਨਵੰਬਰ ਵਿੱਚ ਅਸੀਂ ਇਸ ਮੁਲਕ ਦੀ ਸਿਆਸਤ ਨੂੰ ਹੋਰ ਅੱਛੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ, ਸਮਝਣਾ ਚਾਹੁੰਦੇ ਹਾਂ। ਅੱਜ ਅਸੀਂ ਇਸ ਮੁਲਕ ਦੇ ਕੁਝ ਮੁੱਢਲੇ ਸਿਧਾਂਤਾਂ ਨੂੰ ਸਮਝਣ ਲਈ ਸਰਦਾਰ ਰਵਿੰਦਰ ਸਿੰਘ ਤਨੇਜਾ ਜੀ ਨੂੰ ਲੈ ਕੇ ਆਏ ਹਾਂ, ਜੋ ਕਿ ਜਿੱਥੇ ਸਿੱਖੀ ਦੇ ਇੱਕ ਸਕਾਲਰ ਹਨ, ਉਹ ਇਸ ਮੁਲਕ ਦੀ ਪੋਲੀਟੀਕਲ ਹਿਸਟਰੀ ਦੇ ਵੀ ਸਟੂਡੈਂਟ ਹਨ। ਰਵਿੰਦਰ ਜੀ, ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਮੈਨੂੰ ਬਹੁਤ ਖੁਸ਼ੀ ਹੈ ਤੁਹਾਡੇ ਨਾਲ ਆ ਕੇ ਥੋੜੇ ਵਿਚਾਰ ਵਟਾਂਦਰਾ ਕਰਨ ਦੀ। ਰਵਿੰਦਰ ਜੀ, ਅਸੀਂ ਮੋਸਟਲੀ ਇਸ ਮੁਲਕ ਵਿੱਚ ਇਮੀਗ੍ਰੈਂਟਸ ਹਾਂ ਔਰ ਜਿੱਥੇ ਸਾਡੀ ਬੇਸਿਕ ਐਜੂਕੇਸ਼ਨ ਇਸ ਮੁਲਕ ਤੋਂ ਬਾਹਰ ਹੋਈ ਹੈ, ਇੱਕ ਬੜੀ ਇੰਪੋਰਟੈਂਟ ਇੱਕ ਸਬਜੈਕਟ ਜਿਹੜਾ ਅਸੀਂ ਮਿਸ ਕੀਤਾ ਹੈ ਉਹ ਹੈਗਾ ਸਿਵਿਕਸ ਦਾ। ਅੱਜ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਉਹ ਜਿਹੜਾ ਥੋੜਾ ਬੈਕਗਰਾਉਂਡ ਹੈ ਇਸ ਕੰਟਰੀ ਦੇ ਥੋੜੇ ਫੰਡਾਮੈਂਟਲਸ, ਕੁਝ ਬੇਸਿਕ ਆਈਡੀਆਜ਼ ਜਿਨ੍ਹਾਂ ਦੇ ਉੱਪਰ ਇਹ ਕੰਟਰੀ ਬਣੀ ਦੀ ਹੈ, ਉਹਨਾਂ ਦੇ ਨਾਲ ਥੋੜਾ ਜਾਣੂ ਕਰਾਓ, ਉਹਨਾਂ ਬਾਰੇ ਥੋੜੀ ਜੀ ਲਾਈਟ ਪਾਓ। ਸਭ ਤੋਂ ਵੱਡੀ ਜਿਹੜੀ ਡਿਬੇਟ ਅਸੀਂ ਦੇਖਦੇ ਹਾਂ ਇਨ ਦੋਨਾਂ ਪਾਰਟੀਜ਼ ਵਿੱਚ, ਰਿਪਬਲਿਕਨ ਪਾਰਟੀ ਔਰ ਡੈਮੋਕ੍ਰੈਟਿਕ ਪਾਰਟੀ ਵਿੱਚ, ਔਰ ਇਸ ਵੇਲੇ ਈਵਨ ਵਿਦਿਨ ਦ ਡੈਮੋਕ੍ਰੈਟਿਕ ਪਾਰਟੀ, ਉਹ ਹੈਗੀ ਹੈ ਕਿ ਸਰਕਾਰ ਦਾ ਕਿੰਨਾ ਰੋਲ ਹੋਣਾ ਚਾਹੀਦਾ ਤੁਹਾਡੀ ਆਮ ਲਾਈਫ ਵਿੱਚ, ਤੁਹਾਡੀ ਇਕੋਨਮੀ ਵਿੱਚ, ਤੁਹਾਡੀ ਜਿਹੜੇ ਡੇਲੀ ਡਿਸਕੋਰਸ ਹੈ ਲਾਈਫ ਦਾ, ਉਸ ਦੇ ਵਿੱਚ ਕੀ ਓਰੀਜਨਲ ਫਾਊਂਡਿੰਗ ਪ੍ਰਿੰਸੀਪਲ ਸੀਗੇ ਔਰ ਉਹ ਪ੍ਰਿੰਸੀਪਲਸ ਕਿਵੇਂ ਡਿਵੈਲਪ ਹੋਏ, ਇਸ ਬਾਰੇ ਤੁਸੀਂ ਅੱਜ ਥੋੜਾ ਚਾਨਣਾ ਪਾਓ ਸਾਡਾ। ਜੀ ਜ਼ਰੂਰ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ। ਐਜ਼ ਯੂ ਸੈਡ, ਮੈਂ ਇੱਕ ਇੰਟਰਸਟਿਡ ਸਟੂਡੈਂਟ ਹਾਂ ਅਮਰੀਕਨ ਪੋਲੀਟੀਕਲ ਸੀਨ ਦਾ ਔਰ ਅਮਰੀਕਨ ਹਿਸਟਰੀ ਦਾ ਵੀ ਜੀ, ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿੰਨੀ ਕੋ ਮੈਨੂੰ ਸਮਝ ਹੈ ਜੀ ਉਹ ਮੈਂ ਤੁਹਾਡੇ ਦਰਸ਼ਕਾਂ ਨਾਲ ਸਾਂਝੀ ਕਰਾਂ। ਜ਼ਰੂਰ। ਤੇ ਤੁਸੀਂ ਗੱਲ ਕੀਤੀ ਹੈ ਕਿ ਗਵਰਨਮੈਂਟ ਦੇ ਸਾਈਜ਼ ਦੀ, ਲਿਮਿਟਡ ਗਵਰਨਮੈਂਟ ਜੀ, ਕਿ ਸਰਕਾਰ ਦਾ ਕਿੰਨਾ ਦਾਇਰਾ ਹੋਣਾ ਚਾਹੀਦਾ ਹੈ, ਇਹਦਾ ਉਹਦਾ ਜਿਹੜਾ ਹੈ ਇਨਫਲੂਐਂਸ ਜਾਂ ਉਹਦਾ ਸਾਈਜ਼। ਹੁਣ ਪਹਿਲੀ ਗੱਲ ਤੇ ਹੈ ਕਿ ਸਰਕਾਰ ਕਿੰਨੀ ਕੁ ਵੱਡੀ ਹੈ ਜਾਂ ਛੋਟੀ ਹੈ, ਇਹਦੇ ਮਾਪਦੰਡ ਕੀ ਨੇ ਜੀ, ਉਹ ਵੀ ਮਿਕਸ ਹੁੰਦੇ ਰਹਿੰਦੇ ਨੇ। ਪਰ ਖੈਰ ਅਸੀਂ ਆਈਡੀਆਜ਼ ਤੇ ਜਾਈਏ ਕਿ ਜੋ ਇਹ ਲਿਮਿਟਡ ਸਰਕਾਰ ਦਾ ਆਈਡੀਆ ਹੈ, ਲਿਮਿਟਡ ਗਵਰਨਮੈਂਟ ਦਾ, ਇਹ ਕੋਈ ਅੱਜ ਦਾ ਨਹੀਂ ਹੈ। ਇਹ ਡਿਬੇਟ ਜਿਹੜੀ ਹੈ ਇਹ ਐਕਚੁਅਲੀ ਮੁੱਢੋਂ ਚਲਦੀ ਆ ਰਹੀ ਹੈ 1776 ਤੋਂ, ਜਦੋਂ ਕਿ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਤੇ ਆਰਟੀਕਲਸ ਆਫ ਕਨਫੈਡਰੇਸ਼ਨ ਲਿਖੇ ਗਏ ਸਨ ਜੀ। ਤੇ ਮੈਂ ਤੁਹਾਨੂੰ ਉੱਥੇ ਪਿੱਛੇ ਲੈ ਜਾਂਦਾ ਵਾਂ ਕਿ ਉਦੋਂ ਇਹ ਕਿਹਾ ਗਿਆ ਸੀ ਕਿ these truths are self-evident. We hold these truths to be self-evident, that all men are created equal. ਕਹਿਣ ਦਾ ਭਾਵ ਇਹ ਹੈ ਕਿ ਸਾਰੇ ਜਿਹੜੇ ਇਨਸਾਨ ਨੇ ਉਹਨਾਂ ਦੇ ਕੁਝ ਬੁਨਿਆਦੀ ਹਕੂਕ ਨੇ ਜਿਨ੍ਹਾਂ ਦੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦੀ, ਇਹ ਨੈਚੁਰਲ ਹਨ। ਇਹ ਕੀ ਹਨ? ਇਹ ਹਨ ਲਾਈਫ, ਲਿਬਰਟੀ ਐਂਡ ਦ ਪਰਸੂਟ ਆਫ ਹੈਪੀਨੈਸ। ਸੋ ਮਤਲਬ ਹੈ ਕਿ ਯੂ ਆਰ ਰਾਈਟ ਟੂ ਬੀ ਅ ਪਰਸਨ, ਆਜ਼ਾਦੀ, ਔਰ ਤੁਸੀਂ ਜਿਸ ਤਰ੍ਹਾਂ ਵੀ ਆਪਣਾ ਜੋ ਹੈ ਬਿਹਤਰੀ ਸਮਝਦੇ ਹੋ ਆਪਣੀ ਲਾਈਫ ਦੀ, ਉਹ ਤੁਸੀਂ। ਰਵਿੰਦਰ ਜੀ, ਇਸ ਪੁਆਇੰਟ ਤੇ ਥੋੜਾ ਚਾਨਣਾ ਹੋਰ ਪਾਈਏ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਹ ਜਿਹੜਾ ਅਮਰੀਕਨ ਇੰਡੀਪੈਂਡੈਂਸ ਹੈ, ਇਸ ਨੂੰ ਬੜਾ ਰੈਵੋਲੂਸ਼ਨਰੀ ਮੰਨਿਆ ਜਾਂਦਾ ਹੈ, ਇਸ ਨੂੰ ਅਮਰੀਕਨ ਰੈਵੋਲੂਸ਼ਨ ਕਿਹਾ ਜਾਂਦਾ ਹੈ। ਔਰ ਉਸ ਰੈਵੋਲੂਸ਼ਨ ਦਾ ਇੱਕ ਪਾਰਟ ਇਹ ਹੈ ਕਿ ਇਹ ਜਿਹੜੀ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਇਹ ਕਹਿੰਦੀ ਹੈ ਕਿ ਇਨਸਾਨ ਦੇ ਜਿਹੜੇ ਰਾਈਟਸ ਹਨ, ਜਿਨ੍ਹਾਂ ਨੂੰ ਹੁਣੇ ਰਵਿੰਦਰ ਜੀ ਨੇ ਦੱਸਿਆ ਇਨਏਲੀਨੇਬਲ ਰਾਈਟਸ, ਇਹ ਕਿਸੇ ਸਰਕਾਰ ਤੋਂ ਨਹੀਂ ਆਉਂਦੇ, ਇਹ ਕਿਸੇ ਕਨਸਟੀਟਿਊਸ਼ਨ ਤੋਂ ਨਹੀਂ ਆਉਂਦੇ, ਇਹ ਤੁਹਾਡੇ ਨੈਚੁਰਲ ਰਾਈਟਸ ਹਨ। ਇਹ ਤੁਹਾਡੇ ਜਸਟ ਇਨਸਾਨ ਹੋਣ ਦੇ ਜਿਹੜੀ ਫੈਕਟ ਹੈ ਉਸ ਦੇ ਨਾਲ ਇਹ ਰਾਈਟਸ ਹਰ ਇੱਕ ਨੂੰ ਹਨ। ਔਰ ਉਹ ਕਿਹੜੇ 3 ਰਾਈਟਸ ਇਹਨਾਂ ਨੇ ਦੱਸੇ? ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ। ਜੀ ਰਵਿੰਦਰ ਜੀ। ਜੀ, ਸੋ ਇਹ ਜਿਹੜਾ ਆਈਡੀਆ ਹੈ, ਰੈਵੋਲੂਸ਼ਨਰੀ ਆਈਡੀਆ ਜਿਹੜਾ ਮੰਨਿਆ ਜਾ ਰਿਹਾ ਹੈ ਜੀ, ਇਹ ਸਾਨੂੰ ਜੇ ਸਮਝਣਾ ਪਵੇਗਾ ਕਿ ਜਿਹੜੀ ਇਹ ਲਿਮਿਟਡ ਗਵਰਨਮੈਂਟ ਦੀ ਆਈਡੀਓਲੋਜੀ ਹੈ, ਇਹ ਜੈਫਰਸੋਨੀਅਨ ਥਾਟ ਦੇ ਵਿੱਚ
ਵਿੱਚੋਂ ਆਉਂਦੀ ਹੈ ਅਮਰੀਕਾ ਵਾਸਤੇ। ਜੀ ਥਾਮਸ ਜੈਫਰਸਨ ਜੋ ਕਿ ਤੀਸਰਾ ਪ੍ਰੈਜ਼ੀਡੈਂਟ ਸੀ ਜਿਹਨੇ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਡਾਕੂਮੈਂਟ ਤਿਆਰ ਕੀਤਾ ਹੋਰਨਾਂ ਨਾਲ, ਪਰ ਉਹਨੇ ਲਿਖਿਆ। ਜੀ ਸੋ ਇਹ ਦੇਖਣਾ ਪਏਗਾ ਕਿ ਉਹਨੂੰ ਇਹ ਆਈਡੀਆਜ਼ ਕਿੱਥੋਂ ਆਏ ਸਨ। ਸੋ ਮੇਰਾ ਕਹਿਣ ਦਾ ਮੇਰਾ ਸੁਝਾਅ ਇਹ ਹੈ ਕਿ ਜਿਹੜੇ ਇਹਦੇ ਆਈਡੀਆਜ਼ ਨੇ, ਜਿਹੜੇ ਜੈਫਰਸੋਨੀਅਨ ਥਾਟ ਹੈ, ਇਹਦੇ ਰੂਟਸ ਜਿਹੜੇ ਨੇ ਉਹ ਯੂਰੋਪੀਅਨ ਐਨਲਾਈਟਨਮੈਂਟ ਦੇ ਵਿੱਚ ਨੇ। ਜੀ ਸੋ ਸਾਨੂੰ ਥੋੜਾ ਜਿਹਾ ਯੂਰੋਪੀਅਨ ਐਨਲਾਈਟਨਮੈਂਟ ਕੀ ਸੀ, ਇੱਕ ਇੰਟੈਲੈਕਚੁਅਲ ਮੂਵਮੈਂਟ ਸੀ 17th ਔਰ 18th ਸੈਂਚੁਰੀ ਯੂਰਪ ਦੇ ਵਿੱਚ, ਜਿਹਦਾ ਪ੍ਰਭਾਵ ਸਾਰੀ ਦੁਨੀਆ ਦੇ ਵਿੱਚ ਪਿਆ। ਸੋ ਅਸੀਂ ਦੇਖਣਾ ਚਾਹੀਦਾ ਸਾਨੂੰ ਕਿ ਵੀ ਫੰਡਾਮੈਂਟਲੀ ਐਨਲਾਈਟਨਮੈਂਟ ਦੇ ਉਹ ਕਿਹੜੇ ਆਈਡੀਆ ਸਨ ਜਿਹੜੇ ਕਿ ਜੈਫਰਸਨ ਨੇ ਅਪਣਾਏ ਔਰ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਵਿੱਚ ਉਹਨਾਂ ਨੂੰ ਜਿਹੜਾ ਹੈ ਕਿ ਪਾਇਆ। ਜੀ ਸੋ ਸਾਨੂੰ ਥੋੜਾ ਜਿਹਾ ਧਿਆਨ ਕਰਨਾ ਪਏਗਾ ਕਿ ਇਸ ਐਨਲਾਈਟਨਮੈਂਟ ਦਾ ਜੋ ਕੁਝ ਮੁੱਢਲੇ ਸਿਧਾਂਤ ਨੇ ਉਹ ਇਹ ਹੈ ਕਿ ਪਹਿਲੋਂ ਐਨਲਾਈਟਨਮੈਂਟ ਦੇ ਦੌਰਾਨ ਔਰ ਉਸ ਤੋਂ ਪਹਿਲੋਂ ਜੋ ਪੋਲੀਟੀਕਲ ਸਟਰਕਚਰ ਸੀ ਯੂਰਪ ਦਾ ਉਹ ਬੇਸਿਕਲੀ ਮੋਨਰਕੀ ਸੀ, ਮਤਲਬ ਇੱਕ ਰਾਜਾ ਸੀ ਜੀ, ਔਰ ਇਹ ਮੰਨਿਆ ਜਾਂਦਾ ਸੀ ਕਿ ਇਸ ਰਾਜੇ ਦੇ ਡਿਵਾਈਨ ਰਾਈਟਸ ਹਨ, ਮਤਲਬ ਕਿ ਉੱਤੋਂ ਹੀ ਧੁਰੋਂ ਕੋਈ ਮਤਲਬ ਇਹ ਸ਼ਕਤੀ ਲੈ ਕੇ ਆਇਆ ਹੈ ਰੱਬੋਂ ਕਿ ਜਿਹਦੇ ਨਾਲ ਉਹਦਾ ਬਾਕੀਆਂ ਇਨਸਾਨਾਂ ਦੇ ਉੱਤੇ ਇੱਕ ਪੂਰਾ ਕੰਟਰੋਲ ਹੈ ਜੀ। ਸੋ ਬਾਕੀ ਜਿਹੜੇ ਲੋਕ ਨੇ ਉਹਨਾਂ ਦਾ ਜੋ ਸਟੇਟਸ ਹੈ, ਜੋ ਸਟੇਸ਼ਨ ਹੈ, ਉਹ ਫਿਕਸਡ ਹੈ ਲਾਈਫ ਦੇ ਅੰਦਰ, ਤੇ ਉਸ ਸਟੇਸ਼ਨ ਦੇ ਵਿੱਚ ਹੀ ਉਸ ਦਾਇਰੇ ਦੇ ਵਿੱਚ ਉਹ ਰਹਿਣਗੇ ਜੀ। ਦੂਸਰਾ ਹੈ ਕਿ ਇਸ ਦਾਇਰੇ ਦੇ ਵਿੱਚ ਰਹਿਣ ਕਰਕੇ ਜਿਹੜੀ ਇੱਕ ਆਮ ਬੰਦੇ ਦੀ ਇਕਨੋਮਿਕ ਜੋ ਉਹਦੀ ਐਕਟੀਵਿਟੀ ਹੈ ਉਹ ਵੀ ਰਾਜੇ ਦੀ ਹੀ ਮੰਨੀ ਜਾਂਦੀ ਹੈ। ਉਸ ਦੀ ਜਿਹੜੀ ਸੋਚ ਹੈ ਉਹ ਵੀ ਜੋ ਰਾਜਾ ਉਹਨੂੰ ਅਲਾਉ ਕਰਦਾ ਹੈ ਉਹਦੇ ਸਟੇਟਸ ਬਾਰੇ ਉੱਥੋਂ ਤੱਕ ਹੀ ਸੀਮਿਤ ਹੈ ਜੀ। ਸੋ ਇਹ ਇੱਕ ਆਂਦਾ ਆਈਡੀਆ, ਇੱਕ ਫਿਕਸਡ ਆਈਡੀਆ ਆਂਦਾ ਹੈ ਕਿ ਵੀ ਯੂਨੀਵਰਸ ਜਿਹੜਾ ਹੈ ਉਹ ਫਿਕਸਡ ਹੈਗਾ, ਉਹਦੇ ਵਿੱਚ ਸਾਡੀ ਜਿਹੜੀ ਧਰਤੀ ਹੈ ਇਹ ਸੈਂਟਰ ਹੈਗੀ ਹੈ। ਪਰ ਐਨਲਾਈਟਨਮੈਂਟ ਦੇ ਨਾਲ ਨਾਲ ਕੋਪਰਨਿਕਸ, ਕੈਪਲਰ, ਗੈਲੀਲੀਓ, ਇਹਨਾਂ ਦੇ ਜਿਹੜੇ ਡਿਸਕਵਰੀਜ਼ ਹੋਈਆਂ ਉਹਨਾਂ ਨੇ ਇਹ ਜਿਹੜੀ ਫਿਕਸਡ ਸਾਨੂੰ ਸੋਚ ਸੀ ਉਸ ਨੂੰ ਹਿਲਾ ਕੇ ਰੱਖ ਦਿੱਤਾ ਜੀ। ਉਸ ਦੇ ਨਾਲ ਨਾਲ ਕਿਉਂਕਿ ਉਸ ਫਿਕਸਡ ਸੋਚ ਦੇ ਨਾਲ ਰਾਜਾ ਔਰ ਚਰਚ ਜੁੜਿਆ ਹੋਇਆ ਸੀ, ਇਹਨਾਂ ਤੇ ਵੀ ਕਿੰਤੂ ਪਰੰਤੂ ਹੋਣੀ ਸ਼ੁਰੂ ਹੋ ਗਈ। ਸੋ ਐਨਲਾਈਟਨਮੈਂਟ ਦੇ ਵਿੱਚ ਜਿਹੜਾ ਚੀਫ ਆਈਡੀਆ ਸਾਨੂੰ ਆਉਂਦਾ ਹੈਗਾ ਉਹ ਹੈ ਦੀ ਸੋਵਰੇਨਿਟੀ ਆਫ ਰੀਜ਼ਨ, ਕਿ ਹਰ ਇੱਕ ਬੰਦਾ ਜੋ ਹੈ ਉਹ ਆਪਣੀ ਡੈਸਟੀਨੀ ਦਾ ਮਾਸਟਰ ਹੈ। ਉਹ ਕਿਸੇ ਰਾਜੇ ਦੇ ਨਾਲ ਇਸ ਤਰ੍ਹਾਂ ਮਤਲਬ ਹੈ ਕਿ ਉਹ ਸਰਫ ਨਹੀਂ ਹੈਗਾ ਰਾਜੇ ਦਾ। ਇਨ ਅਦਰ ਵਰਡਸ ਉਹ ਆਪਣੀ ਡੈਸਟੀਨੀ ਦਾ ਆਪ ਮਾਸਟਰ ਹੈ, ਉਹ ਆਪਣੀ ਕੰਡੀਸ਼ਨ ਨੂੰ ਆਪ ਇੰਪਰੂਵ ਕਰ ਸਕਦਾ ਹੈ ਜੀ। ਤੇ ਇਹਨਾਂ ਆਈਡੀਆਜ਼ ਦੇ ਵਿੱਚ ਜਿਹੜਾ ਹੈ ਇੱਕ ਜੌਨ ਲੌਕ ਹੋਇਆ ਕਰਕੇ ਜੀ, ਇੰਗਲਿਸ਼ ਫਿਲਾਸਫਰ ਜੀ, ਔਰ ਉਹਨੇ ਔਰ ਰੂਸੋ ਜਿਹਨੇ ਸੋਸ਼ਲ ਕੰਟਰੈਕਟ ਲਿਖਿਆ ਹੈ, ਇਹਨਾਂ ਦੋ ਬੰਦਿਆਂ ਦੇ ਖਾਸ ਕਰਕੇ ਜੌਨ ਲੌਕ ਦੇ ਜਿਹੜੇ ਆਈਡੀਆਜ਼ ਨੇ ਉਹ ਸਿੱਧੇ ਜੈਫਰਸਨ ਨੇ ਅਪਣਾਏ। ਉਹ ਕੀ ਹਨ? ਲੌਕ ਕਹਿੰਦਾ ਹੈ ਕਿ ਜਦੋਂ ਬੰਦਾ ਪੈਦਾ ਹੁੰਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਕਿਹਾ, ਉਹ ਕੁਦਰਤੀ ਤੌਰ ਦੇ ਉੱਤੇ ਆਜ਼ਾਦ ਹੈ, ਲੇਕਿਨ ਉਹ ਆਪਣੀ ਸੁਰੱਖਿਆ ਦੀ ਖਾਤਰ, ਸਿਕਿਉਰਿਟੀ ਦੀ ਖਾਤਰ, ਸਿਰਫ ਸਿਕਿਉਰਿਟੀ, ਉਹ ਦੂਸਰਿਆਂ ਦੇ ਨਾਲ ਇੱਕ ਸਾਂਝ ਪਾਉਂਦਾ ਹੈ ਜੀ ਕਿ ਅਸੀਂ ਰਲ ਕੇ ਇੱਕ ਸਰਕਾਰ ਬਣਾ ਲੈਣੀ ਜਿਹੜੀ ਕਿ ਸਾਡੇ ਸਿਕਿਉਰ ਕਰੇਗੀ ਸਾਡੀ ਫਿਜ਼ੀਕਲ ਸਿਕਿਉਰਿਟੀ ਨੂੰ। ਇਸ ਤੋਂ ਪਰੇ ਉਸ ਸਰਕਾਰ ਦਾ ਕੋਈ ਸਾਡੇ ਤੇ ਲੈਣਾ ਦੇਣਾ ਨਹੀਂ। ਸੋ ਇਟ ਇਜ਼ ਮੋਰ ਅ ਕੁਐਸਚਨ ਆਫ what is the government not going to do rather than what is the government going to do। ਰਵਿੰਦਰ ਜੀ, ਜੌਨ ਲੌਕ ਤੋਂ ਆਏ ਨੇ ਜੀ। ਇਹ ਜਿਹੜੇ ਦੋ ਆਈਡੀਆਜ਼ ਹਨ ਹਾਲੇ ਤੱਕ ਜਿਹੜੇ ਅਸੀਂ ਡਿਸਕਸ ਕੀਤੇ ਨੇ, ਇਸ ਤੇ ਥੋੜਾ ਹੋਰ ਕਲੈਰੀਫਿਕੇਸ਼ਨ ਦਈਏ ਆਪਣੇ ਵਿਊਅਰਸ ਨੂੰ ਕਿ ਇਹ ਜਿਹੜਾ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਸਟਾਰਟ ਹੁੰਦਾ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ, ਇਸ ਦਾ ਜਿਹੜਾ ਰੈਫਰੈਂਸ ਹੈ ਉਹ ਇਹ ਹੈਗਾ ਕਿ ਕੋਈ ਡਿਵਾਈਨ ਰਾਈਟ ਕਿਸੇ ਰਾਜੇ ਦਾ ਨਹੀਂ ਹੈ, ਕੋਈ ਰਾਜਾ ਤੁਹਾਡੇ ਉੱਤੇ ਨਹੀਂ ਹੈ, ਵੀ ਆਰ ਆਲ ਇਕੁਅਲ, ਰਾਈਟ ਜੀ ਜੀ। ਔਰ ਉਸ ਦੇ ਵਿੱਚੋਂ ਇੱਕ ਬੜੀ ਜਿਹੜੀ ਇੰਪੋਰਟੈਂਟ ਕਰੋਲਰੀ ਨਿਕਲਦੀ ਹੈ ਕਿ ਤੁਹਾਨੂੰ ਗਵਰਨ ਕਰਨ ਵਾਸਤੇ ਕੋਈ ਹਾਇਰ ਪਾਵਰ ਨਹੀਂ ਚਾਹੀਦੀ, ਤੁਹਾਡੇ ਤੋਂ ਕੋਈ ਸੁਪੀਰੀਅਰ ਬੰਦਾ ਨਹੀਂ ਚਾਹੀਦਾ, ਤੁਸੀਂ ਆਪਸ ਵਿੱਚ ਹੀ ਇਕੱਠੇ ਹੋ ਕੇ ਰਲ ਕੇ ਆਪਣੇ ਆਪ ਨੂੰ ਗਵਰਨ ਕਰ ਸਕਦੇ ਹੋ, ਜਿਸ ਦੇ ਵਿੱਚੋਂ ਰਿਪਰੈਜ਼ੈਂਟੇਟਿਵ ਗਵਰਨਮੈਂਟ, ਜਿਸ ਦੇ ਵਿੱਚੋਂ ਡੈਮੋਕ੍ਰੇਸੀ ਨਿਕਲਦੀ ਹੈ।
that is the basic idea ਇਹ ਮਤਲਬ ਇਹ ਮੁੱਢਲੀ ਸੋਚ ਹੈ ਜੀ ਕਿਉਂਕਿ ਤੁਸੀਂ ਦੇਖੋ ਇਸ ਵੇਲੇ ਜਿਹੜੇ ਅਮਰੀਕਾ ਚ ਸਨ ਜਿਹੜੇ ਲੋਕ ਉਹ ਐਕਚੁਅਲੀ ਇੱਕ ਰਾਜੇ ਦੇ ਖਿਲਾਫ ਹੀ ਲੜ ਰਹੇ ਸਨ ਜੀ ਜਾਰਜ III ਦੇ ਸੋ ਇਹਨਾਂ ਦੀ ਜਿੰਨੀ ਸੋਚ ਹੈ ਉਹ ਇੱਕ ਜਿਹੜੀ ਹੈ ਨਾ ਮੋਨਾਰਕੀਕਲ ਸਿਸਟਮ ਆਫ ਗਵਰਨਮੈਂਟ ਦੇ ਖਿਲਾਫ ਹੈ ਜੀ 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 ਬੇਸਿਕਲੀ ਇਹ ਇਹਨਾਂ ਦੀ ਬੇਸਿਸ ਹੈਗੀ ਹੈ ਜੀ ਔਰ ਜਿਹੜੀ ਦੂਸਰੀ ਗੱਲ ਬੜੀ ਇੰਪੋਰਟੈਂਟ ਤੁਸੀਂ ਮੈਂਸ਼ਨ ਕੀਤੀ ਨੈਗੇਟਿਵਿਟੀ ਦੀ ਜਿਹੜਾ ਅਮਰੀਕਨ ਕਨਸਟੀਟਿਊਸ਼ਨ ਹੈ ਉਹ ਇੱਕ ਨੈਗੇਟਿਵ ਡਾਕੂਮੈਂਟ ਹੈ ਜਿਵੇਂ ਰਵਿੰਦਰ ਜੀ ਨੇ ਦੱਸਿਆ ਕਿ ਹਰ ਬੰਦੇ ਦੇ ਮੰਨਿਆ ਗਿਆ ਕਿ ਉਸਦੇ ਕੁਝ ਹੱਕ ਹਨ ਉਹ ਹੱਕ ਸਰਕਾਰ ਦਿੰਦੀ ਨਹੀਂ ਹੈ ਸਰਕਾਰ ਦਾ ਕੰਮ ਹੈ ਉਨ ਹੱਕਾਂ ਨੂੰ ਪ੍ਰੋਟੈਕਟ ਕਰਨਾ और ऐसा कोई कानून नहीं बनाना जो हक उस दिन वो उस तू छिन लिते जान जिवें रविंदर जी असी फर्स्ट अमेंडमेंट वेखिए वो कहता है कि द गवर्नमेंट शैल नॉट मेक एनी लॉ taking away the freedom of religion, freedom of expression. ਉਹ ਰਾਈਟ ਤੁਹਾਨੂੰ ਕੋਈ ਦੇ ਨਹੀਂ ਰਿਹਾ ਬਟ ਇੱਕ ਠੱਲ ਪਈ ਜਾ ਰਹੀ ਹੈ ਕਿ ਸਰਕਾਰ ਕੋਈ ਐਦਾਂ ਦਾ ਲਾਅ ਨਾ ਬਣਾਏ ਜੋ ਕਿ ਤੁਹਾਡਾ ਉਹ ਰਾਈਟ ਤੁਹਾਡੇ ਤੋਂ ਇਨਫ੍ਰਿੰਜ ਕਰੇ ਇਜ਼ ਦੈਟ ਰਾਈਟ ਬਿਲਕੁਲ ਠੀਕ ਹੈ ਇਨਫੈਕਟ ਜਿਹੜੇ ਪਹਿਲੇ 10 ਅਮੈਂਡਮੈਂਟ ਨੇ ਕਨਸਟੀਟਿਊਸ਼ਨ ਦੇ ਜੀ ਇਹਨਾਂ ਨੂੰ ਕਲੈਕਟਿਵਲੀ ਅਸੀਂ ਬਿਲ ਆਫ ਰਾਈਟਸ ਕਹਿੰਦੇ ਆ ਜੀ ਔਰ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਨਾ ਠੱਲ ਪਾਣੀ ਜੀ ਇਹ ਬਹੁਤ ਅਪਰੋਪਰੀਏਟ ਲਫ਼ਜ਼ ਹੈਗਾ ਇਹ ਸਰਕਾਰ ਨੂੰ ਗਵਰਨਮੈਂਟ ਨੂੰ ਠੱਲ ਪਾਉਣ ਵਾਸਤੇ ਵਰਸਸ ਇੰਡੀਵਿਜੂਅਲ ਰਾਈਟਸ ਜੀ ਬੇਸਿਕਲੀ ਜੀ ਸੋ ਇਹ ਮੁੱਢ ਹੈਗਾ ਆਈਡੀਆ ਦਾ ਇਹ ਆਇਆ ਐਨਲਾਈਟਨਮੈਂਟ ਤੋਂ ਹੈ ਜੌਨ ਲੌਕ ਦੀ ਫਿਲਾਸਫੀ ਤੋਂ ਆਇਆ ਜਿਹੜਾ ਕਿ ਥਾਮਸ ਜੈਫਰਸਨ ਨੇ ਅਪਣਾਇਆ ਔਰ ਉਸਨੇ ਉਹਦੇ ਤਹਿਤ ਜਿਹੜੀ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਲਿਖੀ ਜੀ 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 ਰਵਿੰਦਰ ਜੀ ਇਹ ਬਹੁਤ ਇੱਕ ਇੰਪੋਰਟੈਂਟ ਗੱਲ ਤੁਸੀਂ ਸਾਨੂੰ ਦੱਸੀ ਹੈ ਔਰ ਇਹ ਇੱਕ ਬੜਾ ਇੰਪੋਰਟੈਂਟ ਸਟਾਰਟ ਹੈਗਾ ਇਸ ਡਿਬੇਟ ਦਾ ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਰਵਿੰਦਰ ਜੀ ਅਸੀਂ ਤੁਸੀਂ ਸਾਨੂੰ ਇਹ ਜਿਹੜਾ ਮੁੱਢਲਾ ਕਨਸੈਪਟ ਹੈ ਉਹ ਸਮਝਾਇਆ ਔਰ ਕੀ ਐਕਸਪੈਕਟੇਸ਼ਨ ਹੈਗੀ ਹੈ ਗਵਰਨਮੈਂਟ ਤੋਂ ਬਟ ਅਸੀਂ ਇਹ ਵੇਖਿਆ ਕਿ ਸ਼ੁਰੂ ਤੋਂ ਹੀ ਰਾਈਟ ਫਰਮ 1776 ਇਹ ਜਿਹੜੀ ਡਿਵੀਜ਼ਨ ਹੈਗੀ ਹੈ ਥਾਟ ਦੀ ਉਹ ਸ਼ੁਰੂ ਹੋ ਜਾਂਦੀ ਹੈ ਅਸੀਂ ਜੈਫਰਸਨ ਵਿੱਚ ਔਰ ਜਿਹੜੇ ਉਹਨਾਂ ਦੇ ਸੈਕਟਰੀ ਆਫ ਟ੍ਰੈਜਰੀ ਸਨ ਹੈਮਿਲਟਨ ਅਲੈਗਜ਼ੈਂਡਰ ਹੈਮਿਲਟਨ ਦੇ ਨਾਲ ਉਹ ਜਿਹੜੀ ਡਿਵੀਜ਼ਨ ਹੈ ਉਹ ਉਸੇ ਵੇਲੇ ਪਹਿਲੀ ਜਿਹੜੀ ਪ੍ਰੈਜ਼ੀਡੈਂਸੀ ਬਣਦੀ ਹੈ ਉਸੇ ਵਿੱਚ ਉਹ ਸਾਹਮਣੇ ਆਉਣਾ ਸ਼ੁਰੂ ਹੋ ਜਾਂਦੀ ਹੈ ਸਾਨੂੰ ਦੱਸੋਗੇ ਕਿ ਇਹ ਥਾਟ ਕਿਵੇਂ ਡਿਵੈਲਪ ਹੋਈ ਔਰ ਕਿਵੇਂ ਇਹ ਡਾਈਵਰਸਿਫਾਈ ਹੁੰਦੀ ਹੈ ਦੋ ਸੈਕਸ਼ਨਸ ਵਿੱਚ ਜੀ ਜੀ ਉੱਥੇ ਜਾਣ ਤੋਂ ਪਹਿਲਾਂ ਵਿਦ ਯੋਰ ਪਰਮਿਸ਼ਨ ਜੀ ਮੈਂ ਇਹ ਪੁਆਇੰਟ ਆਊਟ ਕਰਨਾ ਚਾਹਾਂਗਾ ਕਿ ਅਸੀਂ ਗੱਲ ਤੇ ਕੀਤੀ ਹੈ ਨਾ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ ਜੀ ਲੇਕਿਨ ਕੁਝ ਇੰਟਰਨਲ ਕੰਟਰਡਿਕਸ਼ਨਸ ਨੇ ਜਿਹੜੀਆਂ ਕਿ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਜੀ ਜੀ ਸਾਰੀ ਅਮਰੀਕਨ ਹਿਸਟਰੀ ਦੇ ਅੰਦਰ ਇਹ ਜਿਹੜੇ ਅੰਦਰ ਦਾ ਵਿਰੋਧਾਭਾਸ ਹੈ ਜੀ ਇਹ ਨਾਲ ਦੇ ਨਾਲ ਚੱਲਦਾ ਆ ਰਿਹਾ ਜੀ ਉਹ ਕੀ ਹੈ ਕਿ ਜਦੋਂ ਉਹ ਕਹਿੰਦੇ ਨੇ ਕਿ ਜਦੋਂ ਜੈਫਰਸਨ ਲਿਖਦਾ ਹੈ ਆਲ ਮੈਨ ਆਰ ਕ੍ਰੀਏਟਡ ਇਕੁਅਲ ਜੀ ਉਹ ਦਰਅਸਲ ਇੱਕ ਪਾਰਟਿਕੂਲਰ ਕਾਈਂਡ ਆਫ ਬੰਦੇ ਦੀ ਗੱਲ ਕਰ ਰਿਹਾ ਉਹ ਹਰ ਕਿਸੇ ਦੀ ਗੱਲ ਨਹੀਂ ਕਰ ਰਿਹਾ ਪਹਿਲੀ ਗੱਲ ਤੇ ਕੰਟਰਡਿਕਸ਼ਨ ਇੱਕ ਵਿਰੋਧਾਭਾਸ ਇਹ ਹੈ ਕਿ this did not apply to the blacks ਜੀ ਠੀਕ ਸੋ ਇਹ ਗੱਲ ਚੇਤੇ ਰੱਖਣ ਵਾਲੀ ਹੈ ਜੀ ਇਨਫੈਕਟ ਬਲੈਕ ਦੀ ਤਾਂ ਪੂਰੀ ਕੀਮਤ ਪੂਰਾ ਬੰਦਾ ਵੀ ਨਹੀਂ ਸੀ ਉਸ ਵੇਲੇ ਜੀ ਜੀ it was only 3/5 of a person ਜੀ ਸੋ ਇਹ ਸਾਨੂੰ ਯਾਦ ਰੱਖਣਾ ਪਏਗਾ ਕਿ ਅਮਰੀਕਨ ਇਤਿਹਾਸ ਮੁੱਢ ਤੋਂ ਹੀ ਇਸ ਵਿਰੋਧਾਭਾਸ ਤੋਂ ਸ਼ੁਰੂ ਹੋਇਆ ਜੀ ਔਰ ਉਹ ਅੱਜ ਤੱਕ ਚੱਲਦਾ ਆ ਰਿਹਾ besides I'm sorry ji magar besides black even the women were not treated equally ਜਾ ਕੇ ਉਹਨਾਂ ਨੂੰ ਵੋਟ ਦੇਣ ਦਾ ਜਿਹੜਾ ਹੱਕ ਹੈ 1920 ਵਿੱਚ ਜਾ ਕੇ ਮਿਲਦਾ ਹੈ ਤੇ ਇਹ ਕੰਟਰਡਿਕਸ਼ਨ ਹੈਗੀ ਹੈ ਮੈਂ ਤੁਹਾਨੂੰ ਕਹਾਂਗਾ ਕਿ it was only the landed aristocracy exactly ਜੀ who could actually who were equally free in fact ਜੇ ਤੁਸੀਂ white immigrant ਹੈਗੇ ਹੋ ਤੇ ਤੁਹਾਨੂੰ ਕੋਈ ਅਧਿਕਾਰ ਨਹੀਂ ਵੋਟ ਕਰਨ ਦਾ ਇਹ ਗੱਲ ਯਾਦ ਕਰਨੀ ਪਵੇਗੀ ਕਿ ਜਿਹੜੇ ਪਹਿਲੇ ਇੱਥੇ ਮੁੱਢਲੇ ਫਾਊਂਡਰਸ ਨੇ ਜੀ ਇੱਕ ਪਾਰਟਿਕੂਲਰ ਐਰਿਸਟੋਕ੍ਰੈਟਿਕ ਕਲਾਸ ਦੇ ਬੰਦੇ ਨੇ ਇਹ ਹਾਈ ਮਾਈ ਇਹਨਾਂ ਦੇ ਨੱਕ ਥੱਲੇ ਕੋਈ ਆਮ ਬੰਦਾ ਨਹੀਂ ਸੀ ਆਂਦਾ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਦੀ ਜਿਹੜੀ ਸੂਝ ਬੂਝ ਜੋੜੀ ਹੈ ਉਹ ਕਾਫੀ ਯੂਕੇ ਦੀ ਐਰਿਸਟੋਕ੍ਰੇਸੀ ਨਾਲ
ਰਲਦੀ ਹੈ। ਸੋ ਇਹ ਆਈ ਜਸਟ ਵਾਂਟਡ ਟੂ ਪੁਆਇੰਟ ਦੈਟ ਆਊਟ ਕਿ ਇਹ ਜਿਹੜੀ ਗੱਲ ਹੈ ਰਨਸ ਰਾਈਟ ਥਰੂ ਅਮਰੀਕਨ ਹਿਸਟਰੀ। ਹੁਣ ਤੁਸੀਂ ਮੈਨੂੰ ਪੁੱਛਿਆ ਸੀ ਕਿ ਵੀ ਮੁੱਢ ਤੋਂ ਹੀ ਇੱਕ ਜੋ ਹੈ ਡਿਵੀਜ਼ਨ ਹੈ ਥਿੰਕਿੰਗ ਵਿੱਚ, ਸੋਚ ਵਿੱਚ, ਤੇ ਉਹ ਅਸੀਂ ਦੇਖਾਂਗੇ ਕਿ ਉਹਦੇ ਵਾਸਤੇ ਸਾਨੂੰ ਅਮਰੀਕਨ ਹਿਸਟਰੀ ਨੂੰ ਸਹਿਜੇ ਤੈਅ ਕਰਨਾ ਪਏਗਾ ਟੂ ਸੀ ਐਗਜ਼ੈਕਟਲੀ ਕਿ ਉਹ ਕਿਸ ਤਰ੍ਹਾਂ ਡਿਵੈਲਪ ਹੋਈ। ਬਟ ਇਨ ਦ ਬਿਗਿਨਿੰਗ ਤੁਸੀਂ ਮੈਂਸ਼ਨ ਕੀਤਾ ਅਲੈਗਜ਼ੈਂਡਰ ਹੈਮਿਲਟਨ, there was George Washington, James Madison ਇੱਕ ਪਾਸੇ, ਦੂਜੇ ਪਾਸੇ ਥਾਮਸ ਜੈਫਰਸਨ primarily। ਇਹਨਾਂ ਇਹ ਜਿਹੜੇ ਦੋ ਧੜੇ ਬਣ ਗਏ ਸਨ soon after by 1789 ਇਹ ਧੜੇ ਬਣ ਚੁੱਕੇ ਸਨ, ਕਿਉਂਕਿ ਦੇਖੋ 1776 ਦੇ ਵਿੱਚ ਤੇ ਸਿਰਫ ਆਰਟੀਕਲਸ ਆਫ ਕਨਫੈਡਰੇਸ਼ਨ ਸਨ ਜੀ। Articles of Confederation was not your constitution. It was simply a way of perpetuating the union between these 13 colonies. ठीक है ना जी? By 1789 ਜਦੋਂ constitution ਬਣਦਾ ਹੈ ਔਰ ਜਦੋਂ ਜਾਰਜ ਵਾਸ਼ਿੰਗਟਨ ਉਸ ਤੋਂ ਸਾਲ ਬਾਅਦ ਬਣਦਾ ਹੈ ਪ੍ਰੈਜ਼ੀਡੈਂਟ, ਦੋ ਵਿਚਾਰਧਾਰਾਵਾਂ ਜਿਹੜੀਆਂ ਨੇ ਪੈਦਾ ਹੋ ਜਾਂਦੀਆਂ ਨੇ, ਇੱਕ ਜੈਫਰਸੋਨੀਅਨ, ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਮੈਡੀਸੋਨੀਅਨ ਜਾਂ ਹੈਮਿਲਟੋਨੀਅਨ। ਠੀਕ ਹੈ ਜੀ? ਸੋ ਜੈਫਰਸਨ ਜੋ ਹੈ ਉਹ he believes in a sort of a village republic, if you will, agrarian economy ਹੋਵੇ, ਉਹਦੇ ਵਿੱਚ land owner ਹੋਵੇ ਤੇ weak center ਹੋਵੇ government ਦਾ, federal ਬਹੁਤ weak ਹੋਵੇ, agriculture based economy ਹੋਵੇ, Christian values ਹੋਣ। ਦੂਸਰੇ ਪਾਸੇ ਹੈਮਿਲਟਨ ਵਰਗੇ ਬੰਦੇ ਉਹ ਥੋੜੇ ਜਿਹੇ ਐਰਿਸਟੋਕ੍ਰੈਟਿਕ ਸਨ in the sense ਕਿ ਉਹ ਐਰਿਸਟੋਕ੍ਰੈਟਿਕ ਹੋਣ ਦੇ ਨਾਲ ਮਰਕੈਂਟਾਈਲਿਜ਼ਮ ਦੇ ਵਿੱਚ ਬਿਲੀਵ ਕਰਦੇ ਸਨ। ਮਰਕੈਂਟਾਈਲਿਜ਼ਮ ਦੇ ਨਾਲ ਮੇਰਾ ਜੋ ਹੈ ਮੁਰਾਦ ਮੇਰੀ ਇਹ ਹੈ ਕਿ ਸਟਰੋਂਗ ਸੈਂਟਰ ਹੋਵੇ ਜਿਹੜਾ ਕਿ ਬਣਾਵੇ environment for trading, for investment, for banking, for industry. So ਇਹ ਦੋ ਦੋ ਜਿਹੜੀਆਂ ਨੇ ਨਾ diversity of thinking ਇਹ ਸ਼ੁਰੂ ਤੋਂ ਹੀ ਸ਼ੁਰੂ ਹੋ ਗਈਆਂ ਨੇ। ਅਗੇਨ ਅਸੀਂ ਫਿਰ ਥੋੜਾ ਚਾਨਣਾ ਪਾਈਏ, ਸਾਡੇ ਵਿਊਅਰਸ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਇਹ ਡਿਪਾਰਟਮੈਂਟ ਆਫ ਕਾਮਰਸ, ਡਿਪਾਰਟਮੈਂਟ ਆਫ ਹਾਊਸਿੰਗ, ਡਿਪਾਰਟਮੈਂਟ ਆਫ ਐਜੂਕੇਸ਼ਨ, ਇਹ ਸਾਰੇ ਸ਼ੁਰੂ ਤੋਂ ਕਨਸਟੀਟਿਊਸ਼ਨ ਦੇ ਸ਼ੁਰੂ ਤੋਂ ਇਸ ਕੰਟਰੀ ਵਿੱਚ ਨਹੀਂ ਸੀਗੇ। ਇਹ ਸਭ ਲੇਟਰ ਡਿਵੈਲਪਮੈਂਟਸ ਹਨ, ਕਿਉਂਕਿ ਜਿਹੜੇ ਫਾਊਂਡਿੰਗ ਫਾਦਰਸ ਸੀਗੇ ਉਹਨਾਂ ਦੇ ਇਹ ਪ੍ਰਿੰਸੀਪਲ ਸੀਗੇ, ਜਿਵੇਂ ਰਵਿੰਦਰ ਜੀ ਨੇ ਦੱਸਿਆ ਕਿ ਕਿੰਨਾ ਗਵਰਨਮੈਂਟ ਦਾ ਰੋਲ ਹੋਣਾ ਚਾਹੀਦਾ। ਔਰ ਅਗੇਨ ਇੱਕ ਬੜੀ ਵੱਡੀ ਜਿਹੜੀ ਡਿਬੇਟ ਸੀ ਕਿ ਜਿਹੜੀ ਇੱਕ ਸੈਂਟਰਲ ਗਵਰਨਮੈਂਟ ਹੈ, 13 ਸਟੇਟ ਸੀਗੀਆਂ, ਜਿਹੜੀ ਸੈਂਟਰਲ ਗਵਰਨਮੈਂਟ ਹੈ ਉਸਦੇ ਕਿੰਨੀ ਪਾਵਰਸ, ਕਿੰਨੇ ਹੱਕ ਹੋਣੇ ਚਾਹੀਦੇ। ਔਰ ਇਹ ਇੱਕ ਐਸੀ ਡਿਬੇਟ ਹੈ ਜੋ ਹਾਲੇ ਤੱਕ ਚੱਲਦੀ ਹੈ। ਜਦ ਵੀ ਕੋਈ ਤੁਸੀਂ ਗੱਲ ਦੇਖਦੇ ਹੋ, ਅਸੀਂ ਰੀਸੈਂਟਲੀ ਦੇਖਿਆ ਪ੍ਰੈਜ਼ੀਡੈਂਟ ਟਰੰਪ ਨੇ ਕੁਝ ਆਰਡਰਸ ਕੀਤੇ ਕਿ ਬਈ ਇੱਦਾਂ ਕਰਨਾ ਹੈ ਆਪਾਂ ਕਰੋਨਾ ਦੇ ਦੌਰਾਨ, ਤੇ ਸਟੇਟਸ ਨੇ ਕਿਹਾ ਕਿ ਬਈ ਨਹੀਂ, ਤੁਹਾਡੇ ਕੋਲ ਇਹ ਅਥਾਰਟੀ ਨਹੀਂ ਹੈ ਸਾਨੂੰ ਇਹ ਕਹਿਣ ਦੀ, ਇਹ ਜਿਹੜੀ ਅਥਾਰਟੀ ਹੈ ਉਹ ਸਟੇਟਸ ਦੀ ਹੈ। ਤੇ ਰਾਵਿੰਦਰ ਜੀ, ਸਾਨੂੰ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਥੋੜਾ ਦੱਸੋ ਕਿ ਕਿਵੇਂ ਇਹ ਡਿਵੈਲਪਮੈਂਟਸ ਹੋਈਆਂ ਔਰ ਕਦ ਹੋਈ? ਜੀ ਦੇਖੋ, ਤੁਸੀਂ 17 ਆਰਟੀਕਲਸ ਆਫ ਕਨਫੈਡਰੇਸ਼ਨ ਤੋਂ ਸ਼ੁਰੂ ਕਰੋ ਜੀ, ਤੇ ਤੁਸੀਂ ਦੇਖੋਗੇ ਕਿ ਸਰਕਾਰ ਦਾ ਜਿਹੜਾ ਸਟਰਕਚਰ ਹੈ, ਜਦੋਂ ਆਰਟੀਕਲਸ ਆਫ ਕਨਫੈਡਰੇਸ਼ਨ ਲਿਖੇ ਜਾਂਦੇ ਨੇ ਜੀ, ਉਹਦਾ ਪੂਰਾ ਟਾਈਟਲ ਹੈਗਾ ਆਰਟੀਕਲਸ ਆਫ ਕਨਫੈਡਰੇਸ਼ਨ ਐਂਡ perpetual union between the states. Ji. That was the main thrust of the Articles of Confederation. कि 13 ਹੁਣ provinces ਨੇ ਜਿਨ੍ਹਾਂ ਨੂੰ ਅਸੀਂ states ਵੀ ਕਹਿ ਦਿੰਦੇ ਆ ਜੀ, ਉਹ ਉਹਨਾਂ ਦੇ ਅੰਦਰ ਮਸਾਇਲ ਪੈਦਾ ਹੋ ਗਏ ਨੇ because everyone is independent. तो ਉਹਨਾਂ ਨੂੰ ਇੱਕ ਤਰ੍ਹਾਂ ਕੋਲ ਲਿਆਉਣ ਵਾਸਤੇ ਇਹ Articles of Confederation ਲਿਖੇ ਗਏ। ਪਰ ਤੁਸੀਂ ਸਟਰਕਚਰ ਦੇਖੋ ਉਦੋਂ ਜੀ, ਜਦੋਂ ਆਰਟੀਕਲ ਕੋਈ ਫੈਡਰਲ ਬ੍ਰਾਂਚ ਨਹੀਂ ਸੀ, ਕੋਈ ਜੁਡੀਸ਼ੀਅਲ ਬ੍ਰਾਂਚ ਨਹੀਂ ਸੀ, ਸਿਰਫ ਇੱਕ ਕਾਂਗਰਸ ਸੀ 13 ਸਟੇਟਸ ਦੀ ਜੀ, ਕੋਈ ਕਾਮਨ ਕਰੰਸੀ ਨਹੀਂ ਸੀ, ਕੋਈ ਟੈਕਸੇਸ਼ਨ ਨਹੀਂ ਸੀ, ਨਥਿੰਗ। ਸੋ ਦ ਪੁਆਇੰਟ ਵਾਸ ਕਿ ਅਸੀਂ ਸਿਰਫ ਇਤਨਾ ਚਾਹੁੰਦੇ ਆ ਕਿ ਸਟੇਟਸ ਜਿਹੜੀਆਂ ਨੇ ਆਪਸ ਵਿੱਚ ਇੱਕ ਕਮਿਟਮੈਂਟ ਕਰਨ ਕਿ ਵੀ ਅਸੀਂ ਇੱਕ ਲੂਜ਼ ਯੂਨੀਅਨ ਹੈਗੇ ਆ ਜੀ। ਸੋ ਅੰਟਿਲ 1789, ਸੋ ਫਿਰ ਉਸ ਤੋਂ ਬਾਅਦ ਇਹ ਜਿਹੜਾ ਕੰਮ ਸ਼ੁਰੂ ਹੁੰਦਾ ਹੈ ਸਰਕਾਰ ਦੇ ਸਟਰਕਚਰ ਨੂੰ ਬਦਲਣ ਦਾ। ਦੇਖੋ ਹੁੰਦਾ ਕੀ ਹੈ ਕਿ ਬਾਹਰ ਦੀਆਂ ਫੋਰਸਸ ਕੰਮ ਕਰਦੀਆਂ ਤੁਹਾਡੇ ਤੇ, ਔਰ ਫਿਰ ਉਸ ਦੇ ਨਾਲ
ਤੁਹਾਡੀ ਸਰਕਾਰ ਦਾ ਸਟਰਕਚਰ ਵੀ ਬਦਲ ਦਿੰਦਾ, ਤੁਹਾਡੇ ਅਦਾਰੇ ਬਦਲਦੇ ਨੇ। ਉਹੀਓ ਕੁਝ ਇਸ ਮੁਲਕ ਵਿੱਚ ਵੀ ਹੋਇਆ। ਸੋ ਸ਼ੁਰੂਆਤ ਤੇ ਕਨਫੈਡਰੇਸ਼ਨ ਨਾਲ ਹੋਈ। ਕਨਸਟੀਟਿਊਸ਼ਨ ਕਿਉਂ ਬਣਾਉਣਾ ਪੈ ਗਿਆ? ਉਹ ਇਸ ਕਰਕੇ ਬਣਾਉਣਾ ਪੈ ਗਿਆ ਬਿਕੋਜ਼ ਬੋਸਟਨ ਦੇ ਵਿੱਚ ਸ਼ੀਜ਼ ਰਿਬੈਲੀਅਨ ਹੋ ਗਿਆ। ਉਹ ਕਿਉਂ ਹੋਇਆ? ਕਿਉਂਕਿ ਜਦੋਂ ਰੈਵੋਲੂਸ਼ਨਰੀ ਵਾਰ ਹੋਇਆ, ਜਿਸ ਦੇ ਕਰਕੇ ਇਹਨਾਂ ਨੂੰ ਆਜ਼ਾਦੀ ਮਿਲੀ ਬ੍ਰਿਟਿਸ਼ ਕਰਾਊਨ ਤੋਂ, ਉਹਦੇ ਨਾਲ ਇਹਨਾਂ ਤੇ ਕਰਜ਼ਾ ਬੜਾ ਚੜ ਗਿਆ ਸੀ। ਅੱਛਾ ਜੀ। ਹੁਣ ਕਰਜ਼ਾ ਚੜ ਗਿਆ ਕਿਉਂਕਿ ਫਾਰਮਰਸ ਨੇ ਆਪਣੀ ਫਾਰਮਿੰਗ ਬੰਦ ਕਰਤੀ, ਲੋਕਾਂ ਨੇ ਬੰਦ ਕਰ ਦਿੱਤੀ। ਇਹਨਾਂ ਨੇ ਬਗੈਰ ਪੇ, ਹੁਣ ਦੇਖੋ ਨਾ, ਸਟੇਟਸ ਕੋਲ ਤੇ ਕੋਈ ਮਤਲਬ ਇਹ ਕੋਈ ਫੈਡਰਲ ਗਵਰਨਮੈਂਟ ਤੇ ਹੈ ਨਹੀਂ ਕਿ ਉਹਨਾਂ ਨੂੰ ਪੈਸੇ ਦੇਵੇ ਜੀ। ਤੇ ਜਿਸ ਵੇਲੇ ਖਤਮ ਹੋਇਆ ਰੈਵੋਲੂਸ਼ਨਰੀ ਵਾਰ, ਤੇ ਸਟੇਟਸ ਜਿਹੜੀਆਂ ਨੇ ਇਹਨਾਂ ਨੇ ਪੈਸੇ ਦੇਣ ਤੋਂ ਮੁਨਕਰ ਹੋ ਗਏ ਕਿਉਂਕਿ there was no union, there was no center to force the issue। ਉਹਦੇ ਨਾਲ ਨਤੀਜਾ ਹੋਇਆ ਕਿ ਉਹਨੇ ਰਿਬੈਲੀਅਨ ਕਰ ਦਿੱਤੀ, ਔਰ ਰਿਬੈਲੀਅਨ ਦੇ ਨਾਲ ਇਹ ਹੋਇਆ ਕਿ ਉਸ ਵੇਲੇ ਨੁਕਸਾਨ ਬੜਾ ਹੋਇਆ, ਫਿਜ਼ੀਕਲ ਨੁਕਸਾਨ ਹੋਇਆ। ਅੱਛਾ ਜੀ। ਸੋ ਇਸ ਕਰਕੇ ਇਹ ਚੀਜ਼ ਰੀਅਲਾਈਜ਼ ਹੋਈ ਇਹਨਾਂ ਫਾਊਂਡਿੰਗ ਫਾਦਰਸ ਨੂੰ ਕਿ ਸਾਡੇ ਕੋਲ ਤੇ ਨਾ ਕੋਈ ਪੈਸਾ ਮਤਲਬ ਦੇਣ ਦੀ ਤਾਕਤ ਹੈ, ਔਰ ਨਾ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਤਾਕਤ ਹੈ ਜੇ ਕੋਈ ਉੱਠ ਪਵੇ ਇਸ ਤਰ੍ਹਾਂ, ਕਿਉਂਕਿ ਹਰ ਸਟੇਟ ਕੋਲ ਆਪੋ ਆਪਣੀ ਮਿਲਿਸ਼ੀਆ ਸੀ ਜੀ, ਪਰ ਸੈਂਟਰ ਵਿੱਚ ਕੋਈ ਫੋਰਸ ਨਹੀਂ ਸੀ। So you see how this develops, right? You may start off with the idea ਕਿ ਅਸੀਂ federal branch ਰੱਖਣੀ ਕੋਈ ਨਹੀਂ, a Congress is good enough, but within a matter of 10 or 13 years, you're already shifting from a political document to, in fact, an economic charter, which is what the US Constitution is. Okay, ਅੱਛਾ। ਤੇ ਇਸ ਦੇ ਵਿੱਚ ਵੀ ਅਸੀਂ ਫਿਰ ਵੀ ਸ਼ੁਰੂ ਵਿੱਚ ਦੇਖਦੇ ਹਾਂ ਕਿ ਇੱਕ ਲਿਮਿਟਿਡ ਰੋਲ ਹੈ, ਬਟ ਇਹ ਜਿਹੜਾ ਰੋਲ ਹੈ ਇਹ ਵੱਧਦਾ ਚਲਾ ਗਿਆ। ਇਜ਼ ਦੈਟ ਰਾਈਟ ਟੂ ਸੇ? ਬਿਲਕੁਲ, that is what I'm trying to say। ਹੁਣ ਤੁਸੀਂ ਦੇਖੋ ਕਿ ਜਦੋਂ 1789 ਵਿੱਚ ਜਦੋਂ US Constitution ਰੈਟੀਫਾਈ ਹੋਇਆ ਜੀ, ਉਹ ਇੱਕ ਗਵਰਨਮੈਂਟ ਨੂੰ, ਮਜ਼ੇ ਦੀ ਗੱਲ ਇਹ ਹੈ ਕਿ ਉਹਨਾਂ ਨੇ ਬੜੇ ਸਾਰੇ ਰਿਸਪੌਂਸਿਬਿਲਿਟੀਜ਼ ਗਵਰਨਮੈਂਟ ਦੀਆਂ ਕਹਿਤੀਆਂ ਨੇ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹੋਣਗੀਆਂ ਕਿਵੇਂ। ਅੱਛਾ। ਸੋ ਉਹਨਾਂ ਨੇ ਕਿਹਾ ਕਿ ਜਿਹੜੀ ਗਵਰਨਮੈਂਟ ਹੈ ਉਹ ਕਾਮਰਸ ਨੂੰ ਰੈਗੂਲੇਟ ਕਰੇਗੀ, ਨਾਟ ਓਨਲੀ ਇੰਟਰਸਟੇਟ ਕਾਮਰਸ ਬਟ ਫੋਰਨ ਕੰਟਰੀਜ਼ ਨਾਲ। ਉਹ ਕਹਿੰਦੇ ਨੇ ਕਿ ਜੀ ਦੇ ਹੈਵ ਟੂ ਮੇਕ ਯੂਨੀਫਾਰਮ ਬੈਂਕਰਪਸੀ ਲਾਜ਼। ਉਹ ਕਹਿੰਦੇ ਹਨ ਕਿ ਤੁਸੀਂ ਇੱਕ ਕਰੰਸੀ ਬਣਾਣੀ ਹੈ ਜਿਹੜੀ ਕਿ ਸਾਰੇ ਪਾਸੇ ਚੱਲ ਸਕੇ। ਰਵਿੰਦਰ ਜੀ, ਅਸੀਂ ਤੁਹਾਡੇ ਨਾਲ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਰਵਿੰਦਰ ਜੀ, ਬ੍ਰੇਕ ਤੇ ਜਾਣ ਤੋਂ ਪਹਿਲੇ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਕਿਵੇਂ ਕਿਹੜੇ ਰੋਲ ਜਿਹੜੇ ਸਰਕਾਰ ਦੇ ਵੱਧਦੇ ਗਏ, ਜਿਸ ਨਾਲ ਸਰਕਾਰ ਜਿਹੜੀ ਹੈ ਉਹ ਵੱਧਦੀ ਗਈ ਹਿਸਟੋਰੀਕਲੀ। ਜੀ, ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਸਾਂ ਕਿ ਮਤਲਬ ਇਹ 1776 ਦੀ ਡੈਕਲੇਰੇਸ਼ਨ ਤੋਂ ਮਸਾਂ 20 ਸਾਲਾਂ ਦੇ ਅੰਦਰ ਫੈਡਰਲ ਗਵਰਨਮੈਂਟ ਦਾ ਰੋਲ ਬਦਲ ਗਿਆ, ਕਿਉਂਕਿ ਇਹਨਾਂ ਤੇ ਬਾਹਰ ਦੇ ਜਿਹੜੇ ਕਈ ਫੋਰਸਸ ਨਾ ਐਕਟ ਕਰਦੀਆਂ ਨੇ, ਇਹਨਾਂ ਤੇ ਪ੍ਰੈਸ਼ਰ ਪੈਂਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੇਜ਼ ਰਿਬੈਲੀਅਨ ਦੀ ਗੱਲ ਕੀਤੀ। ਸੋ the government suddenly was regulating commerce, it was creating bankruptcy laws, patents and copyrights ਵਗੈਰਾ ਵਗੈਰਾ। ਸੋ 1800 ਤੱਕ ਤੁਸੀਂ ਦੇਖਦੇ ਹੋ ਕਿ ਸਰਕਾਰ ਆਲਰੇਡੀ ਜੋ ਹੈ ਇਨਮੈਸ਼ਡ ਹੈਗੀ ਹੈ ਫੋਰਨ ਇਸ਼ੂਜ਼ ਦੇ ਵਿੱਚ ਵੀ, ਔਰ ਇੱਥੇ ਇੰਟਰਸਟੇਟ ਪ੍ਰੋਬਲਮਸ ਵਿੱਚ ਵੀ, ਔਰ ਦੂਸਰਾ ਵੱਡਾ ਮੁੱਦਾ ਉਸ ਵੇਲੇ ਜੋ ਹੈ ਐਕਸਪੈਂਸ਼ਨ ਵੈਸਟਵਰਡਸ, ਉਹਦੇ ਵਿੱਚ। ਔਰ ਇਹਦੇ ਨਾਲ ਨਾਲ ਇੱਕ ਬਹੁਤ ਵੱਡੀ ਗੱਲ ਅਸੀਂ ਜਿਹੜੀ ਸ਼ੁਰੂ ਕੀਤੀ ਹੈ, which has played a very prominent role, is slavery। ਜੀ ਜੀ ਜੀ। ਰਵਿੰਦਰ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਜਦ ਇਹ ਕੰਟਰੀ ਸਟਾਰਟ ਹੋਈ ਹੈ ਤੇ ਇੱਥੇ ਪੋਲੀਟੀਕਲ ਪਾਰਟੀਜ਼ ਦਾ ਜਿਹੜਾ ਕਨਸੈਪਟ ਉਹ ਨਹੀਂ ਸੀ। ਜਿਹੜੇ ਫਸਟ ਪ੍ਰੈਜ਼ੀਡੈਂਟ ਸੀਗੇ ਵਾਸ਼ਿੰਗਟਨ, ਉਹ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਸੀ, ਔਰ ਉਹਨਾਂ ਨੇ ਦੋ ਆਪੋਜ਼ਿਟ ਥਾਟਸ, ਹੈਮਿਲਟਨ ਔਰ ਜੈਫਰਸਨ ਨੂੰ ਦੋਨੋਂ ਇਕੱਠੇ ਰੱਖੇ ਸੀ ਆਪਣੀ ਕੈਬਨਿਟ ਵਿੱਚ ਕਿ ਬਈ ਤੁਸੀਂ ਕਿਤੇ ਅੱਡ ਨਾ ਹੋ ਜਾਓ। ਅਗਰ ਅਸੀਂ ਦੋ ਪੋਲੀਟੀਕਲ ਫੈਕਸ਼ਨਸ ਵਿੱਚ ਵੰਡ ਗਏ ਤੇ ਸਾਡੀ ਜਿਹੜੀ ਸਟੇਬਿਲਿਟੀ ਹੈ ਉਸ ਦੇ ਉੱਪਰ ਖਤਰਾ ਪਏਗਾ। ਤੇ ਫਿਰ ਇਹ ਕਿਵੇਂ ਡਿਵੈਲਪ ਹੋਇਆ ਇਹ ਟੂ ਪਾਰਟੀ ਸਿਸਟਮ ਇਸ ਕੰਟਰੀ 'ਚ? ਹਾਂਜੀ, ਪਹਿਲੀ ਗੱਲ ਤੇ ਹੈ ਕਿ ਜਾਰਜ ਵਾਸ਼ਿੰਗਟਨ ਜਦ ਤੱਕ ਉਹ ਪ੍ਰੈਜ਼ੀਡੈਂਟ ਨਹੀਂ ਸਨ ਬਣੇ, ਤਦ ਤੱਕ ਉਹ ਰਿਪਬਲਿਕਨ ਡੈਮੋਕ੍ਰੈਟਿਕ ਪਾਰਟੀ ਦੇ ਹੀ ਸਦੱਸਿਆ ਸਨ। ਦੂਸਰੀ ਗੱਲ ਇਹ ਹੈ ਕਿ ਇਹ ਜਿਹੜੇ ਪਹਿਲੇ ਡਿਫਾਈਨਡ ਪਾਰਟੀ ਸੀ ਕਿ ਇੱਕ ਮਾਈਂਡਸੈਟ ਸੀਗਾ? There was actually in the party was there,
the thing is ਕਿ ਜਿਹੜੇ ਇਹ ਪਹਿਲੇ 2-3 president ਸਾਡੇ ਬਣੇ ਨੇ ਨਾ, they did not run for presidency. Okay. They stood for presidency. ਉਹ ਆਪ ਨਹੀਂ ਸਨ ਕਰਦੇ ਕਿ ਵੀ ਮੈਨੂੰ. So the presidency centered around a personality. ਇੱਕ big person, a persona. So once George Washington became the president, he realized कि मैं जो कुछ भी करांगा, this will be precedent setting. So then he rose above party distinctions. अच्छा जी. ठीक है, but by 1800 there was a very solid and a very bitter division between Jeffersonians and the Hamiltonians. मतलब ਇਹ ਕਾਫੀ ਉਹਨਾਂ ਦੇ ਜਿਹੜੇ ਉਹ ਦੋਸਤੀ ਯਾਰੀ ਸਾਰੀ ਮੁੱਕ ਗਈ, ਆਪਸ ਦੇ ਵਿੱਚ ਬਹੁਤ ਵੱਡੀ ਇੱਕ ਡਿਵਾਈਡ ਪੈ ਗਈ by the time that Jefferson became the third president in 1801. ਹੁਣ ਇਹ ਪਾਰਟੀਆਂ ਕਿਸ ਤਰ੍ਹਾਂ ਬਣੀਆਂ, ਇਹ ਬਹੁਤ ਇੰਟਰਸਟਿੰਗ ਹੈ. ਮੈਂ ਤੁਹਾਨੂੰ ਸਿੱਧਾ ਲੈ ਕੇ ਜਾਣਾ ਵਾ 1824 ਤੇ ਜੀ, ਪਰ ਪਹਿਲੋਂ ਮੈਂ ਇੱਕ ਥੋੜਾ ਜਿਹਾ ਰੁਕਾਂਗਾ 1812 ਤੇ ਜੀ. 1812 ਤੇ ਜਦੋਂ ਵਾਰ ਹੋਇਆ ਇੰਗਲੈਂਡ ਦੇ ਨਾਲ, ਕਿਉਂਕਿ ਬਚੀ ਕੁਚੀਆਂ ਜਿਹੜੀਆਂ ਵੀ ਇਹਨਾਂ ਦੀਆਂ ਇਸ਼ੂਜ਼ ਸਨ ਜਿਨ੍ਹਾਂ ਤੇ ਅਸੀਂ ਉਹਨੇ ਨਹੀਂ ਜਾ ਸਕਦੇ, ਉਹਦੇ ਤਹਿਤ ਵੀ ਅਮਰੀਕਨਸ ਨੂੰ ਇਹ ਸੂਝ ਆਈ ਕਿ ਵੀ ਨੀਡ ਅ ਸਟਰੋਂਗ ਸੈਂਟਰ ਜੀ, ਕਿ ਜਿਹੜਾ ਸਾਨੂੰ ਜਿਹੜੇ ਬਾਹਰ ਦੀਆਂ ਜਿਹੜੀਆਂ ਉਹ ਉਹਨੇ ਰੋਕ ਸਕੇ. ਬਿਕੋਜ਼ ਯੂ ਹੈਵ ਟੂ ਰੀਅਲਾਈਜ਼ ਕਿ ਜਿਹੜੀਆਂ ਯੂਰੋਪੀਅਨ ਪਾਵਰਸ ਸਨ ਉਹਨਾਂ ਦੀ ਨਜ਼ਰ ਅੱਖ ਅਜੇ ਵੀ ਇੱਥੇ ਕੋਲੋਨਾਈਜ਼ ਕਰਨ ਤੇ ਹੈ ਸੀ ਜੀ, even after this. So 1812 ਤੋਂ ਬਾਅਦ 1824 ਦਾ ਜੋ ਇਲੈਕਸ਼ਨ ਹੋਇਆ, ਉਹਦੇ ਵਿੱਚ ਖਲੋਤਾ, ਉਹਦੇ ਵਿੱਚ ਉਹ 3 ਬੰਦੇ ਸਨ ਜੀ, ਜੌਨ ਕੁਇੰਸੀ ਐਡਮਸ, ਜੌਨ ਐਡਮਸ ਦਾ ਮੁੰਡਾ, ਐਂਡਰੂ ਜੈਕਸਨ ਔਰ ਹੈਨਰੀ ਕਲੇ ਜੀ. ਐਂਡਰੂ ਜੈਕਸਨ ਨੂੰ ਪਪੂਲਰ ਵੋਟ ਮਿਲ ਗਈ, ਜੌਨ ਕੁਇੰਸੀ ਐਡਮਸ ਨੂੰ ਇਲੈਕਟੋਰਲ ਕਾਲਜ ਮਿਲ ਗਿਆ. ਠੀਕ ਹੈ, ਹੁਣ ਟਾਈ ਬ੍ਰੇਕਿੰਗ ਕਰਨੀ ਸੀ ਹੈਨਰੀ ਕਲੇ ਨੇ, ਕਿਉਂਕਿ ਇਹ ਸਪੀਕਰ ਸੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਦਾ ਜੀ. ਇਸਨੇ ਕੀ ਕੀਤਾ, ਇਹਨੇ ਔਰ ਜੌਨ ਕੁਇੰਸੀ ਐਡਮਸ ਨੇ ਰਲ ਕੇ ਕਿਸੇ ਤਹਿਤ ਵੀ ਐਡਮਸ ਨੂੰ ਪ੍ਰੈਜ਼ੀਡੈਂਸੀ ਦੇ ਦਿੱਤੀ. ਐਂਡਰੂ ਜੈਕਸਨ ਜੋ ਕਿ ਜਰਨੈਲ ਸੀ ਔਰ ਬੜਾ ਪਪੂਲਰ ਸੀ ਬਿਕੋਜ਼ 1812 ਦਾ ਵਾਰ ਦਾ ਹੀਰੋ ਸੀ, ਉਹਨੇ ਕਿਹਾ ਜੀ ਇਹ ਕਰਪਟ ਬਾਰਗੇਨ ਹੈਗਾ. ਉਥੋਂ ਉਹਨੇ ਬਹੁਤ ਮੋਬਿਲਾਈਜ਼ ਕੀਤੇ ਔਨ ਦ ਗਰਾਊਂਡ ਲੋਕੀ. what he started doing was he started saying ਕਿ ਇਹ ਜਿਹੜੇ ਰਾਈਟਸ ਨੇ ਵੋਟਿੰਗ ਕਰਨ ਦੇ, ਇਹ ਸਿਰਫ ਪ੍ਰੋਪਰਟੀਡ ਲੋਕਾਂ ਨੂੰ ਨਹੀਂ ਹੋਣੇ ਚਾਹੀਦੇ ਜੀ, ਇਹ ਕਿਸੇ ਵੀ ਗੋਰੇ ਨਹੀਂ ਹੋਣੇ ਚਾਹੀਦੇ ਨੇ. ਸੋ 1824 ਵਿੱਚ ਤੇ ਉਹ ਹਾਰ ਗਿਆ, ਲੇਕਿਨ 1828 ਦੇ ਵਿੱਚ ਉਹ ਜਿੱਤ ਗਿਆ ਜੀ, ਐਂਡਰੂ ਜੈਕਸਨ. ਸੋ ਐਂਡਰੂ ਜੈਕਸਨ is the root of the current Democratic Party. ਠੀਕ ਹੈ ਜੀ, ਬਿਕੋਜ਼ ਉਹਨੇ ਜਿਹੜੀਆਂ ਕੁਝ ਪਾਰਟੀ ਦੀਆਂ ਸਟਰਕਚਰਸ ਅੱਜ ਵੀ ਨੇ ਉਹ ਐਂਡਰੂ ਜੈਕਸਨ ਤੋਂ ਸ਼ੁਰੂ ਹੋਈਆਂ ਨੇ. ਸੋ ਡੈਮੋਕ੍ਰੈਟਿਕ ਪਾਰਟੀ ਦਾ ਤੇ ਮੁੱਢ ਹੋਇਆ ਜੇ ਐਂਡਰੂ ਜੈਕਸਨ ਦੇ ਨਾਲ in the period of so called Jacksonian democracy ਜੀ, ਜਿਹਦੇ ਵਿੱਚ ਹੋਇਆ ਕਿ ਪਹਿਲਾਂ ਪ੍ਰਾਪਰਟੀ ਬੰਦੇ ਸਿਰਫ ਵੋਟ ਕਰਦੇ ਸਨ ਚਿੱਟੇ, ਪਰ ਕਾਲੇ ਵੀ ਜੇ ਉਹਨਾਂ ਕੋਲ ਪ੍ਰਾਪਰਟੀ ਹੋਵੇ ਦੇ could. ਹੁਣ ਇੱਥੇ ਕੀ ਹੋਇਆ ਕਿ ਜਿਹੜਾ ਬੰਦਾ ਪ੍ਰਾਪਰਟੀ ਨਹੀਂ ਵੀ ਉਹਨੂੰ ਵੀ ਇੱਕ ਵੋਟ ਦਾ ਹੱਕ ਹੈ ਜੀ under Andrew Jackson. So that got extended. So that's the major thing to know about the period now. ਤੇ ਹੁਣ ਅਸੀਂ ਗੱਲ ਕਰ ਸਕਦੇ ਹਾਂ if you want me to about the Republican Party. ਜੀ ਬਰੀਫਲੀ ਸਾਨੂੰ ਦੱਸੋ ਕੁਝ ਉਸ ਦੇ ਬਾਰੇ ਚ. ਹਾਂਜੀ, ਸੋ ਰਿਪਬਲਿਕਨ ਪਾਰਟੀ ਦੀ ਦੇਖੋ ਨਾ, ਇੱਕ ਪਾਸੇ ਤੇ ਰਿਪਬਲਿਕਨ ਡੈਮੋਕ੍ਰੈਟਿਕ ਪਾਰਟੀ ਸੀ ਨਾ ਜੈਫਰਸੋਨੀਅਨ, ਦੂਸਰੇ ਪਾਸੇ ਹੈਮਿਲਟੋਨੀਅਨ ਸਨ ਜਿਹੜੇ ਕਿ ਵਿਗਸ ਵੀ ਕਲਾਏ ਜਾਂਦੇ ਨੇ. ਇਹ ਬੜਾ ਰਲਿਆ ਮਿਲਿਆ ਕੰਮ ਸੀ, ਕੋਈ ਇੰਨੀਆਂ ਸਾਫ਼ ਬਾਉਂਡਰੀਜ਼ ਨਹੀਂ ਸਨ ਇਹਨਾਂ ਦੀਆਂ, ਪਰ ਇਹਨਾਂ ਦੇ ਅੰਦਰ ਵੀ ਜਿਹਨਾਂ ਨੂੰ ਫੈਡਰਲਿਸਟ ਵੀ ਕਿਹਾ ਜਾਂਦਾ ਹੈ ਔਰ ਇਹਨਾਂ ਦੇ ਅੰਦਰ ਪਾੜ ਆ ਗਿਆ. ਔਰ ਜਿਹੜੀ ਡੈਮੋਕ੍ਰੈਟਿਕ ਪਾਰਟੀ ਸੀ ਇਹਨੇ ਥੋੜਾ ਬਹੁਤ ਡੋਮੀਨੇਟ ਕਰਨਾ ਸ਼ੁਰੂ ਕਰ ਦਿੱਤਾ. ਕਿਉਂਕਿ 1800 ਤੋਂ ਬਾਅਦ ਇੱਕ ਬਹੁਤ ਵੱਡੀ ਚੀਜ਼ ਇਜਾਦ ਹੋਈ ਜਿਹੜੀ ਕਿ ਹੈਗੀ ਹੈ ਉਹ ਕਾਟਨ ਜਿਨ ਜਿਹੜੀ ਹੈ ਨਾ ਇੰਡਸਟਰੀ ਕਾਟਨ ਦੀ, ਉਹਦੇ ਵਿੱਚ ਇੱਕ ਰੈਵੋਲੂਸ਼ਨ ਆਇਆ. ਉਹਦੇ ਵਿੱਚ ਅਸੀਂ ਨਹੀਂ ਜਾ ਸਕਦੇ, ਬਟ ਦੀ ਆਈਡੀਆ ਆਫ mass manufacturing of textiles in the UK because of some inventions made the South a very big market for cotton. So slavery ਦੀ ਜਿਹੜੀ issue 1776 ਵਿੱਚ ਇਹਨਾਂ ਦੇ ਵਿੱਚ ਗੁਫ਼ਤਗੂ ਹੋ ਰਹੀ ਸੀ ਕਿ ਬਈ ਇਹ ਆਪਣੇ ਆਪ ਜਿਹੜੀ ਹੈ ਖਤਮ ਹੋ ਜਾਏਗੀ, ਉਹ ਜਿਹੜੀ ਹੈ ਉਹਨੂੰ ਇੱਕ ਵਾਧਾ ਮਿਲ ਗਿਆ because you couldn't find cheaper labor than the labor you owned. ਠੀਕ ਹੈ ਜੀ. ਸੋ ਇਹਦੇ ਨਾਲ ਇੱਕ ਨਾਰਥ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਇੰਡਸਟਰੀਅਲਾਈਜੇਸ਼ਨ ਦੀ at the same time ਜੀ, who actually are threatened by the plantation people in the south because ਨਾਰਥ ਦੇ ਵਿੱਚ ਜਿਹੜੇ ਨੇ ਇਮੀਗ੍ਰੇਸ਼ਨ ਆ ਰਹੀ ਹੈਗੀ ਹੈ ਬਾਹਰੋਂ, ਉਹਨਾਂ ਦੀ ਸੋਚਣੀ ਥੋੜੀ ਅੱਡ ਹੈ. ਸੋ ਕਰਦਿਆਂ ਕਰਾਂਦਿਆਂ ਹੋਇਆ ਕਿ ਇਹ 1830 ਦੇ ਅੰਦਰ ਇੱਕ ਮਿਜ਼ੂਰੀ ਐਗਰੀਮੈਂਟ ਹੋਇਆ
ਉਹ ਇਹ ਕੀ ਐਗਰੀਮੈਂਟ ਹੋਇਆ ਕਿ ਵੀ ਜਿਹੜੀ ਐਕਸਪੈਂਸ਼ਨ ਹੋਣੀ ਹੈ ਵੈਸਟਵਰਡ ਫਰੋਮ ਮਿਸਿਸਿਪੀ ਵਗੈਰਾ ਤੋਂ, ਉੱਥੇ ਜਿਹੜੀਆਂ ਨਵੀਆਂ ਸਟੇਟਸ ਨੇ ਉਹ ਮਿਸਿਸਿਪੀ ਤੋਂ ਉੱਤੇ ਜਿਹੜੀਆਂ ਬਣਨਗੀਆਂ ਉਹ ਸਲੇਵ ਸਟੇਟਸ ਨਹੀਂ ਹੋਣਗੀਆਂ ਜੀ। ਲੇਕਿਨ ਨਿਬਰਾਸਕਾ ਕੈਨਜ਼ਸ ਐਕਟ ਇੱਕ ਹੋਇਆ ਪਾਸ ਅਰਾਊਂਡ 1850 ਜਿਹੜੇ ਫੈਡਰਲਿਸਟ ਸਨ ਜਾਂ ਦੂਜੇ ਤੀਜੇ ਸਨ, ਉਹਨਾਂ ਵਿੱਚ ਬਹੁਤ ਦਰਾੜਾਂ ਲਿਆਂਦੀਆਂ। ਉਹ ਕੀ ਸੀ ਕਿ ਉਹ ਕਹਿੰਦੇ ਉਹਨਾਂ ਨੇ ਰਿਪੀਲ ਕਰ ਦਿੱਤਾ ਮਿਜ਼ੋਰੀ ਐਕਟ ਨੂੰ ਕਿ ਵੀ ਹੁਣ ਜਿਹੜੀ ਸਟੇਟ ਜਿਵੇਂ ਨਹੀਂ ਚਾਹਵੇ, ਇਫ ਇਟ ਵਾਂਟਸ ਟੂ ਬੀ ਅ ਸਲੇਵ ਸਟੇਟ ਇਟ ਕੈਨ ਬੀ, ਇਫ ਇਟ ਵਾਂਟਸ ਟੂ ਬੀ ਅ ਫ੍ਰੀ ਸਟੇਟ। ਇਸ ਤੋਂ ਪੈਦਾ ਹੁੰਦੀ ਹੈ ਰਿਪਬਲਿਕਨ ਪਾਰਟੀ that has people like Abraham Lincoln the and modern so on. Republican Party, ਹਾਂਜੀ, the pre-Trump Republican Party that starts from Abraham Lincoln. ਜਿਹੜੀ ਮੌਜੂਦਾ ਰਿਪਬਲਿਕਨ ਪਾਰਟੀ ਹੈ ਇਹ 1857 1858 ਦੇ ਵਿੱਚ ਬਣੀ ਹੈ ਵਿਸਕੌਨਸਿਨ ਵਿੱਚ। 1854 ਦੇ ਵਿੱਚ ਇਨਫੈਕਟ ਇਹਨਾਂ ਦੀ ਪਹਿਲੀ ਮੀਟਿੰਗ ਹੋਈ ਹੈ ਰਿਪਨ ਵਿਸਕੌਨਸਿਨ ਵਿੱਚ, ਤੇ ਫਿਰ ਇਹਨਾਂ ਦੀ ਪਹਿਲੀ ਜਿਹੜੀ ਕਨਵੈਨਸ਼ਨ ਹੈ ਉਹ ਫਿਲਾਡੈਲਫੀਆ ਚ ਹੋਈ 1856 ਵਿੱਚ। ਐਂਡ ਦੈਨ ਦੇ ਐਕਚੁਅਲੀ ਇਹਨਾਂ ਦਾ ਜੋ ਉਸ ਵੇਲੇ ਸੀ ਰੈਜ਼ੋਲੂਸ਼ਨ ਉਹ ਇਹ ਸੀ that anyone who is for the Missouri Compromise against the Kansas-Nebraska Act ਉਹ ਸਾਡੇ ਨਾਲ ਆ ਕੇ ਆਵੇ। ਉਹਨਾਂ ਦਾ ਪਲੇਟਫਾਰਮ ਹੀ ਇਹੀ ਸੀ ਕਿ ਵੀ ਤੁਸੀਂ ਇਹ ਜਿਹੜਾ ਐਕਟ ਰਿਪੀਲ ਕੀਤਾ ਹੈ ਇਹਨੂੰ ਰਿਸਟੋਰ ਕਰੋ। We do not want slavery coming to the north। ਜੀ। ਜਿਹੜਾ ਇਹ ਫੈਡਰਲ ਗਵਰਨਮੈਂਟ ਦਾ ਰੋਲ ਜਿਹੜਾ ਹੈ ਉਹ ਡਿਵੈਲਪ ਹੁੰਦਾ ਹੈ ਇਸ ਕੰਟਰੀ ਵਿੱਚ, ਉਸ ਦੇ ਵਿੱਚ ਸਲੇਵਰੀ ਔਰ ਜਿਹੜੀ ਸਲੇਵਰੀ ਦੀ ਐਬੋਲੀਸ਼ਨ ਹੈ ਉਸ ਦਾ ਬਹੁਤ ਵੱਡਾ ਰੋਲ ਹੈ। ਅਬਰਾਹਮ ਕਈ ਸਟੇਟਸ ਉਸਲੇ ਸਲੇਵਰੀ ਅਲਾਉ ਕਰਦੀਆਂ ਸਨ, ਸਾਊਥ ਦੀ ਸਟੇਟਸ ਔਰ ਨਾਰਥ ਦੀ ਸਟੇਟਸ ਜਿਹੜੀਆਂ ਸਨ ਉਹ ਅਲਾਉ ਨਹੀਂ ਸਨ ਕਰਦੀਆਂ, ਉਹਨਾਂ ਨੇ ਆਲਰੇਡੀ ਸਲੇਵਰੀ ਪ੍ਰੋਹਿਬਿਟ ਕਰ ਦਿੱਤੀ ਸੀਗੀ। ਬਟ ਅਬਰਾਹਮ ਲਿੰਕਨ ਦੇ ਅੰਡਰ ਉਹ ਇੱਕ ਅਮੈਂਡਮੈਂਟ ਕਰਕੇ ਪੂਰੀ ਕੰਟਰੀ ਵਿੱਚ ਸਲੇਵਰੀ ਖਤਮ ਕਰਨਾ ਚਾਹੁੰਦੇ ਸਨ, ਜਿਸ ਨੂੰ ਕੁਝ ਸਟੇਟਸ ਅਪੋਜ਼ ਕਰਦੀਆਂ ਸਨ ਇਸ ਗਰਾਊਂਡ ਤੇ ਕਿ ਬਈ ਜਿਹੜਾ ਫੈਡਰਲ ਗਵਰਨਮੈਂਟ ਹੈ ਉਹ ਸਾਰੀ ਕੰਟਰੀ ਵਾਸਤੇ ਲਾਅ ਨਹੀਂ ਬਣਾ ਸਕਦਾ। ਕੁਝ ਸਟੇਟਸ ਹਨ ਜਿਹੜੀਆਂ ਉਹ ਆਪਣੇ ਵਾਸਤੇ ਸਟੇਟਸ ਉਹੀ ਲਾਅ ਬਣਾ ਸਕਦੀਆਂ ਹਨ। ਤੇ ਇਹ ਜਿਹੜਾ ਫਾਈਨਲੀ ਇੱਕ ਅਮੈਂਡਮੈਂਟ 13th ਅਮੈਂਡਮੈਂਟ ਆਈ ਔਰ ਇਹ ਲਾਅ ਬਣਿਆ ਕਿ ਬਈ ਸਾਰੀ ਕੰਟਰੀ ਵਿੱਚ ਸਲੇਵਰੀ ਖਤਮ ਕੀਤੀ ਗਈ। ਇਸ ਦਾ ਕਿੰਨਾ ਵੱਡਾ ਰੋਲ ਹੈ ਫੈਡਰਲ ਗਵਰਨਮੈਂਟ ਦੇ ਰੋਲ ਨੂੰ ਇਸ ਕੰਟਰੀ ਵਿੱਚ ਵਧਾਉਣ ਵਾਸਤੇ, ਉਸ ਬਾਰੇ ਸਾਨੂੰ ਪਲੀਜ਼ ਦੱਸੋ ਥੋੜਾ ਹੋਰ। ਦੇਖੋ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਤੱਕ ਹੀ ਫੈਡਰਲ ਗਵਰਨਮੈਂਟ ਦਾ ਰੋਲ ਬਹੁਤ ਵੱਧ ਚੁੱਕਾ ਹੈ ਸੀ, ਕਿਉਂਕਿ ਇਹਨਾਂ ਤਿੰਨ ਚੀਜ਼ਾਂ ਹੋ ਰਹੀਆਂ ਨੇ ਨਾਲ ਜਿਹੜੀਆਂ ਕਿ ਫੋਰਸ ਕਰ ਰਹੀਆਂ ਨੇ the growth of the government. It's being forced pretty much. One is the outcome of the industrial revolution that is going on ਨਾਲ ਜਿਹੜਾ ਚੱਲ ਰਿਹਾ। ਦੂਸਰਾ ਹੈਗਾ the western expansion ਜਿਹੜੀ ਹੋ ਰਹੀ ਹੈ, ਠੀਕ ਹੈ ਜੀ। ਤੀਸਰਾ is the building of the infrastructure that has to happen. So up to 1815 1816 and beyond, the government is very active in building out the canals and the bridges and the roads and what have you. ਜਿੰਨਾ ਵੀ infrastructure transportation ਬਣਾਉਣੀ ਸੀ ਉਸ ਉਹਦੇ ਵਿੱਚ they had taken the view ਕਿ ਇਹ ਸਰਕਾਰ ਦਾ ਕੰਮ ਹੈ, that they have to do it. So ਇਹ ਜਦ ਚੀਜ਼ਾਂ ਹੁੰਦੀਆਂ ਹੁਣ ਜਦੋਂ ਕਿ ਇੰਡਸਟਰੀਅਲਾਈਜੇਸ਼ਨ ਦੇ ਨਾਲ ਨਵੀਆਂ ਇਜਾਦ ਹੁੰਦੀਆਂ ਨੇ ਚੀਜ਼ਾਂ, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਉਹਨਾਂ ਨੂੰ ਕਿਵੇਂ ਸਟੈਂਡਰਡਾਈਜ਼ ਕਰਨਾ ਹੈ, ਇੱਕ ਪ੍ਰੈਸ਼ਰ ਹੈ growth ਦਾ, ਦੂਸਰਾ ਪ੍ਰੈਸ਼ਰ ਹੈ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਬਾਏ ਦ ਟਾਈਮ ਲਿੰਕਨ ਵਾਸ ਸਰਕਾਰ ਆਲਰੇਡੀ ਕਾਫੀ ਆਪਣੇ ਜਿਹੜੇ ਪਰ ਫੈਲਾ ਚੁੱਕੀ ਹੋਈ ਸੀ। ਜੀ ਰਵਿੰਦਰ ਜੀ, ਅਸੀਂ ਇਸ ਬਾਰੇ ਗੱਲ ਕੰਟੀਨਿਊ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਰਵਿੰਦਰ ਸਿੰਘ ਜੀ ਨੇ ਅੱਜ ਸਾਨੂੰ ਬੜੀ ਡਿਟੇਲ ਵਿੱਚ ਬੜੇ ਸੋਹਣੇ ਤਰੀਕੇ ਨਾਲ ਜਿਹੜੀ ਇਸ ਕੰਟਰੀ ਵਿੱਚ ਗਵਰਨਮੈਂਟ ਦੀ ਐਕਸਪੈਂਸ਼ਨ ਹੈ ਉਸ ਨੂੰ ਸਾਨੂੰ ਜਾਣੂ ਕਰਾਇਆ ਉਸ ਨਾਲ ਕਿ ਕਿਵੇਂ ਗਵਰਨਮੈਂਟ ਦਾ ਰੋਲ ਜਿਹੜਾ ਵੱਧਦਾ ਗਿਆ। ਮੈਂ ਤੁਹਾਨੂੰ ਇੱਥੇ ਦੱਸਾਂ ਬੜੀ ਇੰਟਰਸਟਿੰਗ 1830s 40s ਤੱਕ ਜਿਹੜਾ ਗਵਰਨਮੈਂਟ ਸੀਗਾ ਉਹ ਸਕੂਲ ਵੀ ਚਲਾਉਣ ਦਾ ਹੱਕ ਨਹੀਂ ਸੀ ਰੱਖਦਾ। ਉਹ ਕਹਿੰਦੇ ਸੀ ਕਿ ਇਹ ਐਕਸਪੈਂਸ਼ਨ ਹੈ ਗਵਰਨਮੈਂਟ ਦੀ। 30s 40s ਵਿੱਚ ਜਾ ਕੇ ਪਹਿਲੀ ਵਾਰ ਪਬਲਿਕ ਸਕੂਲਸ ਸ਼ੁਰੂ ਹੋਏ ਮੈਸਾਚੂਸੇਟਸ ਤੋਂ ਔਰ ਫਿਰ ਲੇਟਰ ਇਟ ਵਾਸ ਟੇਕਨ ਅਰਾਊਂਡ ਦ ਕੰਟਰੀ। ਔਰ ਇੱਕ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਹੈ ਅਬਰਾਹਮ ਲਿੰਕਨ ਦੀ ਅਦਰ ਦੈਨ ਸਲੇਵਰੀ ਨੂੰ ਖਤਮ ਕਰਨ ਦੇ। 1862 ਵਿੱਚ ਇੱਕ ਮੋਰਲ ਲੈਂਡ ਐਕਟ ਆਇਆ ਸੀਗਾ
ਜਿਸ ਦੇ ਵਿੱਚ ਫੈਡਰਲ ਗਵਰਨਮੈਂਟ ਦਿੱਤੀ ਗਈ ਪਬਲਿਕ ਕਾਲਜਸ ਲਈ। ਇਹ ਇੱਕ ਇੰਨੀ ਹਿਸਟੋਰੀਕਲ ਚੀਜ਼ ਹੈ ਕਿਉਂਕਿ ਹਾਇਰ ਐਜੂਕੇਸ਼ਨ ਪਹਿਲੇ ਜਿਹੜੇ ਅਮੀਰਾਂ ਦੇ ਬੱਚੇ, ਅਰਿਸਟੋਕ੍ਰੈਟਸ ਦੇ ਬੱਚੇ ਉਹ ਕਰਦੇ ਸੀਗੇ। 1862 ਦੇ ਬਾਅਦ ਜਦ ਆਮ ਬੰਦਾ ਉਨ ਪਬਲਿਕ ਕਾਲਜਸ ਤੋਂ ਹਾਇਰ ਐਜੂਕੇਸ਼ਨ ਲੈਣਾ ਸ਼ੁਰੂ ਹੋ ਗਿਆ ਤੇ ਇਹ ਇੱਕ ਮਿਡਲ ਕਲਾਸ ਬਣਨ ਦੀ ਜਿਹੜੀ ਫਾਰਮੇਸ਼ਨ ਹੈ, ਜਿਹੜੀ ਪਹਿਲੇ ਤੁਹਾਨੂੰ ਰਵਿੰਦਰ ਜੀ ਨੇ ਦੱਸਿਆ ਕਿ ਕਿਵੇਂ ਮੈਨੂਫੈਕਚਰਿੰਗ ਬਣ ਰਹੀ ਹੈ। ਜਦ ਮੈਨੂਫੈਕਚਰਿੰਗ ਬਣਦੀ ਹੈ ਤੇ ਜਿਹੜੀ ਸਪੋਰਟ ਸਰਵਿਸਿਜ਼ ਹੁੰਦੀਆਂ, ਸੈਕਟਰੀਏਰੀਅਲ ਸਰਵਿਸਿਜ਼, ਉਹ ਸਾਰੀ ਜਿਹੜੀ ਜੌਬਸ ਹਨ ਉਹ ਕ੍ਰੀਏਟ ਹੁੰਦੀਆਂ ਹਨ। ਔਰ ਕਿਵੇਂ 1862 ਦੇ ਉਸ ਐਕਟ ਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਤੇ ਇਹ ਸਾਰੀ ਡਿਵੈਲਪਮੈਂਟਸ ਹਨ। ਅਗਲੇ ਕਾਫੀ ਚਿਰ ਤੱਕ ਫਿਰ ਰਿਪਬਲਿਕਨ ਪਾਰਟੀ ਨੇ ਡੋਮੀਨੇਟ ਕੀਤੀ US ਦੀ ਪੋਲਿਟਿਕਸ। ਉਸ ਤੋਂ ਬਾਅਦ ਤੁਸੀਂ ਨੈਕਸਟ ਕਿਸ ਚੀਜ਼ ਨੂੰ ਲੈਂਡਮਾਰਕ ਡਿਵੈਲਪਮੈਂਟ ਦੇਖਦੇ ਹੋ ਰਵਿੰਦਰ ਜੀ? ਦੇਖੋ, ਇਸ ਤਰ੍ਹਾਂ ਹੈ ਕਿ ਤੁਸੀਂ ਬਿਲਕੁਲ ਦਰੁਸਤ ਗੱਲ ਕੀਤੀ ਹੈ, ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ part of the pressure on Lincoln was not so much slavery as it was the fact that he needed to keep the Union together for the industrial base in the North. And the West. They were saying that we can't compete with those people who own slaves. So that's one of the reasons कि slavery ਜਿਹੜੀ ਖਤਮ ਕੀਤੀ ਗਈ ਹੈ। Right. So there were a lot of pressures at work. मैं ये कहूँगा कि after the Civil War, all the way into the 1920s, 29 तक, FDR तक, with the exception of Woodrow Wilson and Grover Cleveland, Republican presidents रहे ने। पर इस दौरान होया की है कि you begin to see, एक ते देखो दो पैरेलल चीज़ां चलदियां ने, एक ते रिकंस्ट्रक्शन ईरा है, दूसरा जिम क्रो ईरा नाल चल रहा है। ठीक है, आफ्टर द सिविल वॉर साउथ ਨੂੰ ਡਿਵੈਲਪ ਕਰਨ ਵਾਸਤੇ ਉਹ ਇੱਕ ਬੜਾ ਲੰਬਾ ਸਾਈਕਲ ਹੈ that we can't go into very deeply, but the fact is that you have these two parallel developments going on. You know, very severe sort of black codes on the one hand, but also the development of industry, the rise of the so-called robber barons, concentration of wealth, and so on and so forth. ਤੇ ਉਹ ਚਲਦਾ ਜਦੋਂ ਆਇਆ ਹੈ up all 1873-74 ਦੇ ਵਿੱਚ ਜਦੋਂ ਵੀ ਕੋਈ ਡਿਪਰੈਸ਼ਨ ਹੁੰਦਾ ਥੋੜਾ ਜਿਹਾ, ਜਦੋਂ ਉਦੋਂ ਵੀ ਹੋਇਆ ਹੈ, ਪੈਨਿਕ ਆਫ 1873, ਯੈਸ ਜੀ, ਹਾਂ, ਉਦੋਂ ਵੀ ਆਮ ਤੌਰ ਤੇ ਸਰਕਾਰਾਂ ਬਦਲਦੀਆਂ ਨੇ। ਸੋ 1873 ਤੋਂ ਬਾਅਦ ਗਰੋਵਰ ਕਲੀਵਲੈਂਡ ਆ ਗਿਆ, ਫਿਰ ਜਦੋਂ ਵਿਲਸਨ ਆਇਆ ਉਹਨੇ ਸਰਕਾਰ ਦਾ ਸਟਰਕਚਰ ਔਰ ਸਰਕਾਰ ਦੀ ਜੋ ਪਹੁੰਚ ਹੈ ਬਹੁਤ ਵਧਾਈ ਔਰ ਇੰਸਟੀਟਿਊਸ਼ਨਲਾਈਜ਼ ਕਰਾਈ। ਠੀਕ ਹੈ ਜੀ, ਲੇਕਿਨ ਉਸ ਤੋਂ ਬਾਅਦ ਫਿਰ ਰਿਪਬਲਿਕਨ ਸਰਕਾਰਾਂ ਆ ਗਈਆਂ, ਹੂਵਰ ਦੀਆਂ ਤੇ ਕੋਲਿਜ ਦੀਆਂ। ਫਿਰ ਆ ਗਿਆ ਡਿਪਰੈਸ਼ਨ 1929 ਦਾ, crash आई, crash तो बाद आया FDR. So I would think that FDR is the pivotal point after this, you know, after the Civil War and the domination of the Republican Party. What you have now is an America that is the most industrialized country in the world, and it has all the issues that go with an expanding economy, trusts, monopolies, you know, people sort of doing things without really caring about legal या नहीं है legal monopolies build करनियां, you know, Mellons ने, Morgans ने, ये सारे, ये मैंने बड़ा लंबा इतिहास है। रविंदर जी ਅਸੀਂ ਇਸ ਇਤਿਹਾਸ ਬਾਰੇ ਜ਼ਿਆਦਾ ਡਿਟੇਲ ਵਿੱਚ ਗੱਲ ਕਰਾਂਗੇ, ਮਗਰ ਵਿਊਅਰਸ ਨੂੰ ਕੁਇਕਲੀ ਦੱਸ ਦਈਏ ਕਿ ਇਹ ਜਿਹੜਾ ਤਕਰੀਬਨ ਰੀਕਨਸਟਰਕਸ਼ਨ ਦੇ ਬਾਅਦ ਦਾ ਪੀਰੀਅਡ ਅਰਾਊਂਡ 1870s ਤੋਂ ਜਾ ਕੇ 1900 ਤੱਕ ਦਾ ਜਿਹੜਾ ਪੀਰੀਅਡ ਹੈ, ਇਸ ਨੂੰ ਦਾ ਗਿਲਡਡ ਪੀਰੀਅਡ ਕਹਿੰਦੇ ਨੇ US ਵਿੱਚ। ਔਰ ਇਹ ਟਾਈਮ ਸੀਗਾ ਫ੍ਰੀ ਇਕਨੋਮਿਕ ਗਰੋਥ ਦਾ, ਬੜੀ ਜ਼ਿਆਦਾ ਗਰੋਥ ਹੋਈ ਇਸ ਕੰਟਰੀ ਵਿੱਚ। ਕੁਛ ਲੋਕਾਂ ਦੇ ਹੱਥ ਵਿੱਚ ਕੰਸਨਟ੍ਰੇਟਡ ਸੀਗੀ ਇਹ ਪੈਸਾ, ਇਹ ਪਾਵਰ, ਐਂਡ कुछ चीज़ां रेलवेज उसले डेवलप होए, कुछ ट्रस्ट बन गए और उन्होंने कंट्रोल करन विच फिर जिहड़ी फेडरल गवर्नमेंट है उसका रोल जिहड़ा डेवलप होंदा है। जिहड़े टेडी रूजवेल्ट सीगे उन्होंने उस दे काम किया, विल्सन ने उस दे कुछ अचीव किया। फिर तुसीं सरप्राइज हो गए जान के कि 1913 तक इस कंट्री विच फेडरल इनकम टैक्स नहीं सीगा जिहड़ा विल्सन ने शुरू किया। ते फिर ਉਹ ਗਵਰਨਮੈਂਟ ਦਾ ਕੁਝ ਰੋਲ ਆਂਦਾ ਹੈ, ਡੈਮੋਕ੍ਰੈਟ ਸੀਗੇ ਵਿਲਸਨ।
1913 ਤੋਂ ਲੈ ਕੇ 1919 ਤੱਕ Theodore Roosevelt was a progressive but a Republican. ਜੀ ਬਟ ਲੇਟਰ 1912 ਦੀ ਇਲੈਕਸ਼ਨ ਹੀ ਫੌਟ ਐਜ਼ ਐਨ ਇਲੈਕਸ਼ਨ ਬਿਕਾਜ਼ ਰਿਪਬਲਿਕਨ ਟੈਫਟ ਲੜ ਰਹੇ ਸੀਗੇ ਜੀ as an independent. ਜੀ ਜੀ And he lost to Taft. But the point being, you're absolutely right ਕਿ ਦੇਖੋ ਹੁੰਦਾ ਕੀ ਹੈ, the government by the time you have Woodrow Wilson ਜੀ ਇਹ ਆਪਣਾ ਰੋਲ ਆਪਣੇ ਬਾਰੇ ਅਲੱਗ ਦੇਖਣ ਲੱਗ ਪੈਂਦੀ ਹੈ। ਯਾਦ ਹੈ ਅਸੀਂ ਗੱਲ ਕੀਤੀ ਸੀ ਸ਼ੁਰੂ ਵਿੱਚ ਕਿ ਵੀ ਸਰਕਾਰ ਦਾ ਸਿਰਫ ਕੰਮ ਇੰਨਾ ਹੈ ਕਿ ਇੱਕ ਆਮ ਬੰਦੇ ਨੂੰ ਸਿਕਿਉਰ ਰੱਖਣਾ। ਜੀ ਇਹ ਜਿਹੜੀ ਸਰਕਾਰ ਦੇਖ ਰਹੀ ਹੈ ਕਿ ਇਹ ਅਸੀਂ ਸਿਰਫ ਸਿਕਿਉਰ ਫਿਜ਼ੀਕਲੀ ਨਹੀਂ ਰੱਖ ਰਹੇ, ਅਸੀਂ ਆਰਬਿਟਰ ਬਣ ਗਏ ਹਾਂ ਆਫ ਐਲੋਕੇਸ਼ਨ ਆਫ ਰਿਸੋਰਸਸ। We are going to have the last say in how resources within the economy are going to be allocated, because ਅਸੀਂ eventually ਸਿਰਫ physical security ਨਹੀਂ, ਅਸੀਂ economic welfare ਵੀ ਬੰਦੇ ਦਾ ਜਿਹੜਾ ਹੈ ਅਸੀਂ ਉਹ ਵੀ ਅਸੀਂ ਅਪਣਾ ਲਿਆ ਰੋਲ। ਜੀ ਜੀ ਔਰ ਰਵਿੰਦਰ ਜੀ you have Woodrow Wilson and FDR ਜੀ ਇਹ ਔਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਵੇਂ ਉਹ ਜਿਹੜੀ ਰੋਲ ਵਧਿਆ ਔਰ ਜਿਹੜੀ ਰੈਗੂਲੇਸ਼ਨਸ ਥੋੜੀ ਆਈਆਂ ਉਹ ਕਿਵੇਂ ਡੀਰੈਗੂਲੇਟ ਕਰਦੇ ਨੇ ਪ੍ਰੈਜ਼ੀਡੈਂਟ ਹੂਵਰ, ਜਿਸ ਦੀ ਕਰਕੇ 1929 ਵਿੱਚ ਜਾ ਕੇ ਅਸੀਂ ਦੇਖਦੇ ਹਾਂ ਕਿ ਦ ਗ੍ਰੇਟ ਡਿਪਰੈਸ਼ਨ ਆਉਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਗਵਰਨਮੈਂਟ ਦਾ ਰੋਲ ਵੱਧਦਾ ਹੈ। ਉਸ ਤੋਂ ਜਿਹੜੇ ਬੈਂਕਿੰਗ ਲਾਜ਼ ਜਿਹੜੇ ਅੱਜ ਤੱਕ ਚੱਲਦੇ ਨੇ ਇਸ ਕੰਟਰੀ ਵਿੱਚ ਉਹ FDR ਜਾ ਕੇ 1930s ਵਿੱਚ ਦਿੰਦੇ ਨੇ। ਉਸ ਤੋਂ ਪਹਿਲੇ ਕੋਈ ਬੈਂਕਿੰਗ ਦੇ ਉੱਪਰ ਵੀ ਫੈਡਰਲ ਰੈਗੂਲੇਸ਼ਨਸ ਨਹੀਂ ਹੈਗੀਆਂ। He started the FDIC ਜੀ ਔਰ ਜਿਹੜਾ ਗਵਰਨਮੈਂਟ ਦਾ ਕੰਮ ਹੈ ਵੈਲਫੇਅਰ ਦੇਣ ਦਾ, ਸੋਸ਼ਲ ਸਿਕਿਉਰਿਟੀ ਦਾ ਕੋਈ ਕਨਸੈਪਟ ਉਸ ਤੋਂ ਪਹਿਲੇ ਨਹੀਂ ਸੀ। ਜਿਹੜਾ ਗਵਰਨਮੈਂਟ ਤੁਹਾਨੂੰ ਕੋਈ ਚੈੱਕ ਦਿੰਦੀ ਹੈ, ਤੁਹਾਨੂੰ ਅਨਇੰਪਲੋਇਮੈਂਟ ਬੈਨੀਫਿਟ ਦਿੰਦੀ ਹੈ, ਤੁਹਾਨੂੰ ਸਨੈਪ ਦੇ ਜਿਹੜੇ ਬੈਨੀਫਿਟਸ ਹਨ, ਇਹ ਸਭ ਜਾ ਕੇ ਸਟਾਰਟ ਹੁੰਦਾ ਹੈ FDR ਦੇ ਬਾਅਦ। ਇੱਕ ਨਿਊ ਡੀਲ ਉਹ ਲੈ ਕੇ ਆਏ ਸੀਗੇ ਔਰ ਉਸ ਦੇ ਵਿੱਚ ਗਵਰਨਮੈਂਟ ਦੀ ਬਹੁਤ ਜ਼ਿਆਦਾ ਐਕਸਪੈਂਸ਼ਨ ਹੋਈ ਹੈ। ਲੋਕਾਂ ਨੇ ਉਸ ਨੂੰ ਚੈਲੰਜ ਕੀਤਾ ਕਿ ਬਈ ਇਹ ਇੱਕ ਬੜੀ ਸਲਿਪਰੀ ਸਲੋਪ ਹੈ, ਸਾਡੀ ਫਰੀडम्स ਜਿਹੜੀਆਂ ਉਹ ਸਾਡੇ ਤੋਂ ਲਈ ਜਾ ਰਹੀਆਂ। ਇਹ ਇੱਕ ਬਹੁਤ ਵੱਡਾ ਚੈਪਟਰ ਇਨ ਇਟਸੈਲਫ ਹੈ। ਅਸੀਂ ਇਸ ਲਈ ਪ੍ਰੋਗਰਾਮ ਦੇ ਐਂਡ ਤੇ ਆ ਗਏ ਹਾਂ। ਅਸੀਂ ਇਹ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਨਾਲ ਅਸੀਂ ਜਸਟਿਸ ਕਰ ਸਕੀਏ। ਅਸੀਂ ਰਵਿੰਦਰ ਜੀ ਨੂੰ ਫਿਰ ਰਿਕੁਐਸਟ ਕਰਾਂਗੇ, ਉਹਨਾਂ ਨੂੰ ਅਸੀਂ ਫਿਰ ਇੱਥੇ ਲੈ ਕੇ ਆਵਾਂਗੇ ਔਰ ਇਹ 1932 ਦੇ ਬਾਅਦ ਦੀ ਜਿਹੜੀ ਡਿਵੈਲਪਮੈਂਟਸ ਹਨ, ਜਿਹੜੀ ਅੱਜ ਤੱਕ ਅਸੀਂ ਜਿਸ ਦੀ ਡਾਇਰੈਕਟ ਜਿਸ ਦੀ ਛਾਇਆ ਵਿੱਚ ਅਸੀਂ ਜੀਂਦੇ ਪਏ ਹਾਂ, ਔਰ ਇਹ ਜਿਹੜੀ ਸਾਰੀ ਲੜਾਈ ਹੈ ਦੋਨੋਂ ਧੜਿਆਂ ਦੀ, ਉਹ ਉਨ ਡਿਵੈਲਪਮੈਂਟਸ ਦੇ ਅਰਾਊਂਡ ਹੈ ਤੇ ਅਸੀਂ ਇਸ ਨੂੰ ਹੋਰ ਸਮਝਾਂਗੇ ਔਰ ਸਾਨੂੰ ਹੋਰ ਇਸ ਦੇ ਵਿੱਚ ਜਿਹੜੀ ਪੋਲੀਟੀਕਲ ਡਿਵੈਲਪਮੈਂਟਸ ਹਨ, ਕਿਵੇਂ ਕਿਵੇਂ ਗਵਰਨਮੈਂਟ ਦਾ ਸੈਂਟਰਲ ਗਵਰਨਮੈਂਟ ਦਾ ਰੋਲ, ਸਿਵਲ ਰਾਈਟਸ ਐਕਟ, ਵੋਟਿੰਗ ਰਾਈਟਸ ਆਫ 1965 ਕਿਉਂ ਉਹਨਾਂ ਨੂੰ ਉਹ ਕਰਨਾ ਪਿਆ, ਕਿਵੇਂ ਜਿਮ ਕ੍ਰੋ ਲਾਜ਼ ਡਿਵੈਲਪ ਹੋਏ ਸਾਊਥ ਵਿੱਚ, ਜਿਸ ਦੀ ਕਰਕੇ ਫੈਡਰਲ ਗਵਰਨਮੈਂਟ ਦਾ ਰੋਲ ਅਗੇਨ ਵਧਾਇਆ ਗਿਆ ਔਰ ਕੀ ਆਬਜੈਕਸ਼ਨਸ ਹੈਗੀਆਂ ਕੁਝ ਪੋਲੀਟੀਕਲ ਆਈਡੀਓਲੋਜੀਜ਼ ਨੂੰ ਉਸ ਰੋਲ ਨੂੰ ਵਧਾ ਕੇ। ਇਸ ਬਾਰੇ ਅਸੀਂ ਗੱਲ ਕਰਾਂਗੇ ਆਪਣੇ ਨੈਕਸਟ ਐਪੀਸੋਡ ਵਿੱਚ। ਰਵਿੰਦਰ ਜੀ, ਅੱਜ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸਾਡੇ ਨਾਲ ਸਟੂਡੀਓ ਵਿੱਚ ਆਉਣ ਦਾ ਬਹੁਤ ਬਹੁਤ ਸ਼ੁਕਰੀਆ।